ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਹਫਤਾਵਾਰੀ ਪ੍ਰੋਗਰਾਮ ਪੰਜਾਬ ਟੂਡੇ, ਜਿਹੜਾ ਕਿ ਅਸੀਂ ਹਰ ਹਫਤੇ ਗੱਜਣਵਾਲਾ ਸੁਖਵਿੰਦਰ ਹੋਰਾਂ ਦੇ ਨਾਲ ਮਿਲ ਕੇ ਕਰਦੇ ਹਾਂ। ਜੁੜ ਗਏ ਨੇ ਮੇਰੇ ਨਾਲ ਗੱਜਣਵਾਲਾ ਹਰੀ। ਬਹੁਤ ਵੱਡੀਆਂ ਖਬਰਾਂ ਇਸ ਹਫਤੇ ਦੀਆਂ, ਜਿੱਥੇ ਆਪਾਂ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪੁਰਬ ਬਣਾ ਕੇ ਹਟੇ ਹਾਂ। ਉਸ ਦਿਨ ਹੀ ਇੱਕ ਵੱਡੀ ਖੁਸ਼ਖਬਰੀ ਆਈ ਕਿ ਇੱਕ ਵੱਡੀ ਸਟਰਗਲ ਜਿਹੜੀ ਪੰਜਾਬੀ ਜੂਝ ਰਹੇ ਸੀ ਲੰਬੇ ਸਮੇਂ ਤੋਂ, ਤਕਰੀਬਨ 1 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ, ਔਰ ਜਿਹੜੀ ਪੰਜਾਬੀਆਂ ਨੇ ਇਹ ਮੁਹਿੰਮ ਸ਼ੁਰੂ ਕੀਤੀ, ਉਹਦੀ ਹੌਲੀ ਹੌਲੀ ਜਿਹੜੀ ਗੂੰਜ ਆ ਉਹ ਦੁਨੀਆ ਭਰ ਵਿੱਚ ਫੈਲ ਗਈ। ਪਹਿਲਾਂ ਹਰਿਆਣਾ ਰਲਿਆ, ਯੂਪੀ ਰਲਿਆ, ਭਾਰਤ ਦੇ ਬਾਕੀ ਦੂਜੇ ਪ੍ਰਦੇਸ਼ਾਂ ਤੱਕ ਵੀ ਉਹਦੀ ਜਾਗਰਤੀ ਪਹੁੰਚੀ। ਉਸ ਤੋਂ ਬਾਅਦ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਪੰਜਾਬੀ, ਖਾਸ ਕਰਕੇ ਪੰਜਾਬੀ ਸਿੱਖ ਜਿਹੜਾ ਖੇਤੀ ਨਾਲ ਜੁੜਿਆ ਹੋਇਆ, ਉਹ ਬੈਠਾ, ਕਿਉਂਕਿ ਪੰਜਾਬੀ ਸਿੱਖ ਤੁਹਾਨੂੰ ਦੁਨੀਆ ਦੇ ਹਰ ਕੋਨੇ 'ਚ ਮਿਲਣਗੇ। ਸਗੋਂ ਕਿਹਾ ਇਹ ਜਾਂਦਾ ਹੈ ਕਿ ਹੁਣ ਇੱਕ ਪੰਜਾਬ ਨਹੀਂ, ਪਹਿਲਾਂ 5 ਧਰਤੀਆਂ ਪੰਜਾਬ ਦੀਆਂ ਕਹੀਆਂ ਜਾਂਦੀਆਂ ਸੀ। ਪੰਜਾਬ ਚੜ੍ਹਦਾ ਲਹਿੰਦਾ, ਇੰਗਲੈਂਡ 'ਚ ਵਸਿਆ ਪੰਜਾਬ, ਕੈਨੇਡਾ ਅਤੇ ਅਮਰੀਕਾ 'ਚ ਵਸਿਆ ਪੰਜਾਬ। ਹੁਣ ਤਾਂ ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ, ਹਾਲੈਂਡ, ਯੂਰਪ ਦਾ ਕੋਈ ਐਸਾ ਕੰਟਰੀ ਨਹੀਂ ਜਿੱਥੇ ਪੰਜਾਬੀ ਨਹੀਂ ਬੈਠੇ। ਅਤੇ ਹਰ ਜਗ੍ਹਾ ਇਸ ਅੰਦੋਲਨ ਦੀ ਗੂੰਜ ਜਿਹੜੀ ਸੀ ਉਹ ਕਿਤੇ ਨਾ ਕਿਤੇ ਪੈਣੀ ਸ਼ੁਰੂ ਹੋਈ। ਦੁਨੀਆ ਭਰ ਵਿੱਚ ਇਹਦੀ ਚਰਚਾ ਹੋਈ ਅਤੇ ਅਖੀਰ ਜਿਹੜੀ ਮੈਂ ਨਾ ਮਾਨੂ ਵਾਲੀ ਰੱਟ ਸੀਗੀ ਸਰਕਾਰ ਦੀ, ਇੱਕ ਐਸੀ ਸਰਕਾਰ, ਨਿਰੰਕੁਸ਼ ਸਰਕਾਰ, ਜਿਹੜੀ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਇੱਕ ਵਾਰੀ ਜੋ ਕਰ ਦਈਏ ਕਦੀ ਵਾਪਸ ਨਹੀਂ ਲੈਂਦੇ ਹੁੰਦੇ, ਕਿਸੇ ਦੀ ਜ਼ਰੂਰਤ ਨਹੀਂ ਕਿ ਸਾਡੀ ਅੱਖ 'ਚ ਅੱਖ ਪਾ ਕੇ ਗੱਲ ਕਰੇ, ਉਹਨਾਂ ਨੂੰ ਝੁਕਣ ਲਈ ਮਜਬੂਰ ਕੀਤਾ ਇਸ ਸ਼ਾਂਤਮਈ ਅੰਦੋਲਨ ਨੇ। ਸਾਡੇ ਸਮਿਆਂ ਦਾ ਸ਼ਾਇਦ ਇਹ ਸਭ ਤੋਂ ਵੱਡਾ ਅੰਦੋਲਨ ਸੀਗਾ। 1920-22 ਦਾ ਇੱਕ ਮੋਰਚਾ ਅਸੀਂ ਸੁਣਿਆ ਕਿ ਸ਼ਾਂਤਮਈ ਢੰਗ ਨਾਲ ਇੱਕ ਫਰੰਗੀ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਗਿਆ ਸੀ। ਉਸ ਤੋਂ ਪਹਿਲਾਂ ਆਜ਼ਾਦੀ ਦੀ ਲੜਾਈ ਵੇਲੇ ਬਹੁਤ ਲੜਾਈਆਂ ਲੜੀਆਂ ਗਈਆਂ ਹੋਣਗੀਆਂ, ਪਰ ਉਹ ਇਤਿਹਾਸ ਦਾ ਹਿੱਸਾ ਜ਼ਰੂਰ ਨੇ। ਪਰ ਸਾਡੇ ਸਮਿਆਂ 'ਚ ਜਿਹੜਾ ਇਹ ਸੰਘਰਸ਼ ਵਿੱਢਿਆ ਗਿਆ, ਸੰਘਰਸ਼ ਨੂੰ ਕਿਸ ਤਰੀਕੇ ਨਾਲ ਨੇਪਰੇ ਚਾੜਿਆ ਗਿਆ, ਕਿਸ ਤਰੀਕੇ ਦੇ ਇਹਦੇ 'ਤੇ ਵਾਰ ਹੋਏ, ਔਰ ਕਿਸ ਤਰੀਕੇ ਦੇ ਜਿਹੜੇ ਉਹ ਘਿਨਾਉਣੇ ਵਾਰ ਸੀਗੇ, ਉਹਨਾਂ ਨੂੰ ਲੀਡਰਸ਼ਿਪ ਦੇ ਸਬਰ, ਸੰਤੋਖ ਅਤੇ ਸੂਝ ਸਿਆਣਪ ਨੇ ਆਪਣੇ 'ਤੇ ਆਉਣ ਤੋਂ ਰੋਕਿਆ, ਲੀਓਂ ਲੱਥਣ ਨਹੀਂ ਦਿੱਤਾ। ਬਹੁਤ ਸਾਰੀਆਂ ਤਾਕਤਾਂ ਨੇ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਘੁਸ ਕੇ ਅਸੀਂ ਆਪਣਾ ਕੋਈ ਮਫਾਦ ਹਾਸਲ ਕਰ ਲਈਏ, ਪਰ ਆਖਿਰਕਾਰ ਜਿੱਤ ਸੱਚ ਦੀ ਹੋਈ। ਮੈਂ ਸ਼ੁਰੂਆਤੀ ਸ਼ਬਦਾਂ ਨਾਲ ਇੰਨਾ ਹੀ, ਬਾਕੀ ਆਪਾਂ ਸਾਰਾ ਕੁਝ ਗੱਜਣਵਾਲਾ ਕੋਲ ਸੁਣਨਾ ਹੈ ਕਿ ਉਹਨਾਂ ਨੂੰ ਕਿਵੇਂ ਲੱਗ ਰਿਹਾ ਹੈ ਕਿ ਇਹ ਵੱਡੀ ਜਿੱਤ ਹੈ, ਇੱਕ ਪੜਾਅ ਹੈ, ਕੋਈ ਸਿਆਸੀ ਸਾਜ਼ਿਸ਼ ਹੈ, ਜਾਂ ਪੰਜਾਬੀਆਂ ਦਾ ਸਵੈਮਾਨ ਇਹਦੇ ਨਾਲ ਵਧਿਆ ਆ। ਸਾਰੀਆਂ ਗੱਲਾਂ ਆਪਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਗੱਜਣਵਾਲਾ ਜੀ, ਤੁਹਾਡਾ ਸਵਾਗਤ, ਜੀ ਆਇਆਂ ਨੂੰ, ਵੈਲਕਮ। ਗਿੱਲ ਸਾਹਿਬ ਸਤਿ ਸ੍ਰੀ ਅਕਾਲ, ਆਪਣੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਅੱਜ ਆਪਾਂ ਜਜ਼ਬਾਤੀ ਨਹੀਂ ਹੋਣਾ, ਅੱਜ ਆਪਾਂ ਗੱਲਾਂ ਕਰਨੀਆਂ ਖਰੀਆਂ ਖਰੀਆਂ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸਾਫ਼-ਸਾਫ਼ ਗੱਲਾਂ ਆਪਾਂ ਕਰਿਆ ਕਰਨੀਆਂ ਅਤੇ ਤੱਥਾਂ 'ਤੇ ਆਧਾਰਿਤ ਕਰਿਆ ਕਰਨੀਆਂ। ਕਿਹੜੇ ਤੱਥ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਮੋਦੀ ਸਰਕਾਰ, ਜਿਹੜੀ ਆਪਣੇ ਆਪ ਨੂੰ ਅੱਡੇ ਕਹਿੰਦੀ ਸੀ, ਜਿਹੜੀ ਸਰਕਾਰ ਕਹਿੰਦੀ ਸੀ ਕਿ ਨਹੀਂ ਕੁਝ ਹੋ ਨਹੀਂ ਸਕਦਾ। ਆਪਾਂ ਵੇਖਿਆ CAA ਦਾ ਅੰਦੋਲਨ, ਸ਼ਹੀਨ ਬਾਗ ਵਾਲਾ ਅੰਦੋਲਨ, ਜੰਮੂ ਕਸ਼ਮੀਰ ਦੇ ਟੋਟੇ ਕਰਤੇ, ਹਿੰਦੁਸਤਾਨ 'ਚ ਬਹੁਤ ਕੁਝ ਹੋਇਆ, ਕਿਸੇ ਨੇ ਜ਼ਰੂਰਤ ਨਹੀਂ ਕੀਤੀ, ਪਰ ਪੰਜਾਬੀਆਂ ਨੇ ਆਖਿਰਕਾਰ ਆਪਣੀ ਆਣ ਮਾਣ ਸਵੈਮਾਨ ਵਾਲਾ ਝੰਡਾ ਚੁੱਕ ਹੀ ਲਿਆ ਅਤੇ ਉਹਦੇ 'ਚ ਕਿਤੇ ਨਾ ਕਿਤੇ ਪ੍ਰਾਪਤੀਆਂ ਅਨੇਕਾਂ ਹੋਈਆਂ। ਨੈਤਿਕ ਤੌਰ 'ਤੇ ਪਹਿਲੇ ਦਿਨੋਂ ਹੀ ਪ੍ਰਾਪਤੀਆਂ ਹੋ ਰਹੀਆਂ ਸੀ, ਜਦੋਂ ਬਾਰ-ਬਾਰ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਸੀਗੀਆਂ ਅਤੇ ਬਾਰ-ਬਾਰ ਉਹਨਾਂ ਸਾਜ਼ਿਸ਼ਾਂ ਦਾ ਭਾਂਡਾ ਫੋੜ ਕਰਕੇ ਫਿਰ ਜਿਹੜੀ ਅਸਲੀਅਤ ਉਹ ਸਾਹਮਣੇ ਆ ਜਾਂਦੀ ਸੀ। ਪਰ ਉਹ ਨੈਤਿਕ ਤੌਰ 'ਤੇ ਤਾਂ ਕਈ ਜਿੱਤਾਂ ਹੋਈਆਂ ਸੀਗੀਆਂ, ਪਰ ਹੁਣ ਅਲਟੀਮੇਟਲੀ ਇੱਕ ਪੜਾਅ ਵਾ ਜਿੱਤ ਦਾ। ਇਹ ਤੋਂ ਅੱਗੇ ਕੀ ਹੁੰਦਾ ਉਹ ਆਪਾਂ ਬਾਅਦ 'ਚ ਕਰਦੇ ਹਾਂ। ਤੁਸੀਂ ਕੀ ਸਾਰਾ ਕੁਝ ਦੇਖ ਰਹੇ ਹੋ? ਗਿੱਲ ਸਾਹਿਬ, 70 ਸਾਲਾਂ ਦੇ ਆਜ਼ਾਦੀ ਦੇ ਇਤਿਹਾਸ ਵਿੱਚ ਮੋਦੀ, ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਇੱਕ ਬਹੁਤ ਹੀ ਬੁਲੰਦ ਸ਼ਖਸੀਅਤ ਵਜੋਂ, ਇੱਕ ਕ੍ਰਿਸਮੈਟਿਕ ਸਟੇਚਰ ਵਜੋਂ ਇਹਨਾਂ ਦਾ ਉਭਾਰ ਹੋਇਆ। ਜਿਹੜੀ ਮੂੰਹ ਇਹਨਾਂ ਤੋਂ ਗੱਲ ਨਿਕਲਦੀ ਸੀ ਉਹ ਐਗਜ਼ੀਕਿਊਟ ਹੁੰਦੀ ਸੀਗੀ, ਉਹਦੇ ਉੱਤੇ ਉਹ ਸਿਰੇ ਲੱਗਦੀ ਸੀਗੀ। ਇਹਨਾਂ ਦੀ ਰਿੱਟ ਜਿਹੜੀ ਸੀਗੀ ਉਹ ਰਿੱਟ ਕਾਮਯਾਬ ਸੀ, ਕਾਇਮ ਸੀ। ਇਹਨਾਂ ਦੇ ਸ਼ਬਦਾਂ ਦੇ ਉੱਤੇ ਪਹਿਰਾ ਦਿੱਤਾ ਜਾਂਦਾ ਸੀ ਅਤੇ ਉਹਨਾਂ ਦਾ ਸ਼ਬਦਾਂ ਦੇ ਉੱਤੇ ਅਮਲ ਹੁੰਦਾ ਸੀਗਾ। ਜਿਹੜੀਆਂ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਸੀਗੀਆਂ ਹਿੰਦੁਸਤਾਨ ਦੀਆਂ ਇਸ ਵੇਲੇ, ਦੂਜੀ ਟਰਮ ਵੇਲੇ ਵੀ, ਉਹ ਸਾਰੀਆਂ ਬੈਕ ਫੁੱਟ 'ਤੇ ਚਲੀਆਂ ਗਈਆਂ ਸੀ। ਕਿਸੇ 'ਚ ਹੌਸਲਾ ਨਹੀਂ ਸੀ ਵੀ ਉਹ ਇਹਦਾ ਵਿਰੋਧ ਕਰ ਸਕਣ। ਪਰ ਜਦੋਂ ਕੁਦਰਤ ਅੱਗੇ ਆਉਂਦੀ ਹੈ ਅਤੇ ਕੁਦਰਤ ਦਾ ਅੱਗੇ ਆਪਣਾ ਜਲੌ ਵਿਖਾਉਣਾ ਹੁੰਦਾ ਹੈ, ਤਾਂ ਉਹ
ਕਿਸਾਨ ਮੋਰਚੇ ਦੇ ਰੂਪ ਵਿੱਚ ਅੱਗੇ ਆਈ ਤੇ ਕਿਸਾਨ ਮੋਰਚੇ ਦਾ ਇਹ ਐਸਾ ਵਰਤਾਰਾ, ਕਰਾਮਾਤੀ ਵਰਤਾਰਾ ਵਰਤਿਆ। ਕਰਾਮਾਤੀ ਤੋਂ ਮਤਲਬ ਹੁੰਦਾ, ਮੈਂ ਉਹੀ ਕਹਿਣਾ ਵੀ ਡਿਵਾਈਨ, ਉਹਦੇ ਵਿੱਚ ਮੈਂ ਪਾ ਕੇ ਗੱਲ ਕਰਦਾ, ਡਿਵਾਈਨ ਪਾਵਰ ਦੀ ਸ਼ਮੂਲੀਅਤ ਦੇ ਨਾਲ ਉਹ ਐਸਾ ਵਰਤਾਰਾ ਵਰਤਿਆ। ਆਪੋਜੀਸ਼ਨਾਂ ਜਿਹੜੀਆਂ ਐਨ ਕਮਜ਼ੋਰ ਹੋ ਗਈਆਂ ਸੀਗੀਆਂ, ਬੈਕ ਫੁੱਟ ਤੇ ਚਲੀਆਂ ਗਈਆਂ ਸੀ, ਉਹਨਾਂ ਨੂੰ ਇਸ ਕਿਸਾਨ ਮੋਰਚੇ ਨੇ ਉਹਨਾਂ ਨੂੰ ਇੱਕ ਹੌਸਲਾ ਬਖਸ਼ਿਆ, ਉਹਨਾਂ ਦੇ ਵਿੱਚ ਨਵੀਂ ਰੂਹ ਫੂਕਣ ਦਾ ਯਤਨ ਕਰ ਦਿੱਤਾ ਤੇ ਇਹਨੇ ਹਿੰਦੁਸਤਾਨ ਨੂੰ ਸਾਰੇ ਨੂੰ ਇਕੱਠਾ ਕਰਕੇ ਅੱਗੇ ਰੱਖ ਦਿੱਤਾ, ਜਿਹਦੇ ਵਿੱਚੋਂ ਕੀ ਨਿਕਲਿਆ, ਜਿਹੜਾ ਮੋਦੀ ਦਾ ਕ੍ਰਿਸਮੈਟਿਕ ਸਟੇਚਰ ਸੀਗਾ ਉਹ ਫਿੱਕਾ ਪੈਣਾ ਸ਼ੁਰੂ ਹੋਇਆ। ਬੰਗਾਲ ਦੇ ਵਿੱਚ ਡਾਇਰੈਕਟਲੀ ਇਨਡਾਇਰੈਕਟਲੀ ਕਿਸਾਨ ਮੋਰਚੇ ਦਾ ਅਸਰ ਸੀਗਾ, ਕਿਉਂਕਿ ਉਹਦੇ ਵਿੱਚ ਹੁਣ ਵੀ ਮਤਲਬ ਇਹਦਾ ਜਿਹੜਾ ਸੀ ਕਿਸਾਨ ਮੋਰਚੇ ਦਾ ਅਸਰ ਇੰਨਾ ਤੇਜ਼ੀ ਨਾਲ ਵੱਧ ਰਿਹਾ ਸੀ ਔਰ ਇਹ ਗ੍ਰਾਫ ਇੰਨਾ ਤੇਜ਼ ਚੱਲ ਰਿਹਾ ਸੀਗਾ ਕਿ ਹੱਥਾਂ ਪੈਰਾਂ ਦੀ ਪੈ ਗਈ ਰਿਆਸਤ ਨੂੰ ਵੀ ਆਉਣ ਵਾਲਾ ਸਮਾਂ ਸਾਡੇ ਵਾਸਤੇ ਧੁੰਦਲਾ ਦਿਸ ਰਿਹਾ ਹੈਗਾ। ਯੂਪੀ ਸਾਡੇ ਹੱਥੋਂ ਜਾ ਰਹੀ ਹੈ, ਪੰਜਾਬ ਤਾਂ ਚਲੋ ਛੋਟਾ ਹੈ, ਉਹਨੂੰ ਇਹ ਜਾ ਰਹੀ, ਜੇ ਯੂਪੀ ਚਲੀ ਗਈ, ਰਾਜ ਸਭਾ ਚਲੀ ਗਈ, ਫਿਰ ਸਾਡਾ ਜਾਣਾ ਹੈਗਾ। ਇਸ ਮੋਰਚੇ ਦਾ ਭਾਵੇਂ ਆਪਦੇ ਨਿੱਜੀ ਸਾਡਾ ਸੀਗਾ ਵੀ 3 ਬਿੱਲਾਂ ਦਾ ਸੀ, ਪਰ ਇਹਨੇ ਹਿੰਦੁਸਤਾਨ ਦੇ ਇਤਿਹਾਸ ਦੇ ਵਰਕਿਆਂ ਨੂੰ ਬਦਲ ਕੇ ਰੱਖ ਦਿੱਤਾ। ਜਿਹੜੀਆਂ ਬਰਖਲਾ ਪਾਰਟੀਆਂ ਵਿੱਚ ਜ਼ਰੂਰਤ ਨਹੀਂ ਸੀ ਉਹ ਵੀ ਇਕੱਠੀਆਂ ਹੋਣ ਲੱਗੀਆਂ, ਉਹਨਾਂ 'ਚ ਵੀ ਦਮ ਆ ਗਿਆ ਉਹਨਾਂ ਦੇ ਵਿੱਚ, ਤੇ ਉਹਨਾਂ ਦੇ ਉਹ ਜਿਹੜੀਆਂ ਮਤਲਬ ਉਹਦੇ ਵਿੱਚ ਕੀ ਆ ਕੇ ਐਂ ਲੱਗਣ ਲੱਗ ਪਿਆ, ਹੁਣ ਇਹ ਚਿੰਤਾ ਹੋ ਗਈ ਸੀ ਕਿਤੇ ਸਾਡੇ ਨਾਲ ਯੂਪੀ ਦੇ ਵਿੱਚ ਵੀ ਬੰਗਾਲ ਦੇ ਵਾਂਗ ਨਾ ਹੋ ਜਾਵੇ, ਕਿਤੇ ਉਸ ਤਰ੍ਹਾਂ ਨਾ ਹੋ ਜਾਵੇ। ਇਹ ਇੱਕ ਬਹੁਤ ਵੱਡਾ ਇੱਕ ਕ੍ਰਿਸ਼ਮਾ ਹੀ ਕਹਿ ਸਕਦੇ ਹਾਂ, ਕ੍ਰਿਸ਼ਮੇ ਦਾ ਰੂਪ ਧਾਰ ਕੇ ਇਹਦਾ ਰਿਜ਼ਲਟ ਆਏ। ਦੇਖੋ ਆਪਾਂ ਸਾਰੇ ਕਹਿੰਦੇ ਸੀਗੇ ਇਹ 3 ਬਿੱਲ ਹੈ ਯਾਰ, ਇੱਕ ਬਿੱਲ ਨੂੰ ਰੱਦ ਕਰ ਦੇਣ, ਇੱਕ ਨੂੰ ਪੈਂਡਿੰਗ ਪਾ ਦੇਣ, ਇੱਕ ਤੇ ਕਮੇਟੀ ਬਣ ਜਾਵੇ, ਐਂ ਕਰ ਲਈਏ, ਜਾਂ ਹੋਰ ਨਹੀਂ ਤਾਂ 5 ਸਾਲ ਵਾਸਤੇ ਹੋਲਡ ਹੀ ਕਰ ਲੈਣ। ਅਸੀਂ ਇੱਥੋਂ ਤੱਕ ਆ ਗਏ ਸੀਗੇ ਕਿਉਂਕਿ ਸਾਡੇ ਕੋਲ ਪਤਾ ਸੀਗਾ ਵੀ ਸਾਨੂੰ ਵੀ ਬੁੱਧੀਜੀਵੀ ਵਰਗੀ ਕਹਿ ਰਿਹਾ ਸੀਗਾ, ਪਰ ਕਿਸਾਨ ਡਟੇ ਸੀ, ਉਹ ਕਹਿੰਦੇ ਨਾ ਅਸੀਂ 3 ਬਿੱਲ ਵਾਪਸ ਕਰਾ ਕੇ ਹਟਾਂਗੇ। ਜਿਹੜਾ ਬੁੱਧੀਜੀਵੀ ਵਰਗ ਹੁੰਦਾ ਇਹ ਜ਼ਿਆਦਾ ਸਿਆਣਾ ਬਣ ਜਾਂਦਾ ਵੀ ਇੰਨਾ ਕੀ ਲੈ ਲਓ, ਇੰਨਾ ਹੀ ਚੰਗਾ ਹੁੰਦਾ, ਡੈਮੋਕ੍ਰੇਸੀ ਹੈਗੀ ਆ, ਕਿਉਂਕਿ ਇਹ ਆਪਦੇ ਥਿਊਰੀਆਂ ਹੁੰਦੀਆਂ ਨੇ ਇਹਨਾਂ ਨੇ ਆਪਦੀਆਂ ਮੱਤ ਦੇਣੀ ਹੁੰਦੀ ਹੈ, ਪਰ ਉਹ ਆਪਦੇ ਤੇ ਡਟੇ ਰਹੇ। ਤੇ ਫਿਰ ਜਦੋਂ ਅਸੀਂ ਤਾਂ ਇਹ ਸੋਚਦੇ ਵੀ ਮੋਰਚੇ ਵਾਲੇ ਪਾਸੇ ਸੀਗੇ, ਪਰ ਜਿਹੜੀ ਸਟੇਟ ਸੀਗੀ, ਰਿਆਸਤ ਸੀਗੀ, ਉਹਨੂੰ ਇਹ ਫਿਕਰ ਸੀ, ਉਹ ਦੇਖੋ ਗਿੱਲ ਸਾਹਿਬ ਜਿਹੜਾ ਚੀਫ ਐਗਜ਼ੈਕਟਿਵ ਆਫ ਇੰਡੀਆ ਹੈ, ਉਹਨੂੰ ਤਾਂ ਫਸਟ ਹੈਂਡ ਇਨਫੋਰਮੇਸ਼ਨ ਆ ਰਹੀ ਹੁੰਦੀ ਹੈ ਇੰਟੈਲੀਜੈਂਸੀਆ ਤੋਂ ਵੀ ਕੀ ਹੋ ਰਿਹਾ, ਕਿੰਨਾ ਤੇਰੇ ਵੱਲ ਆ, ਕਿਸ ਤਰ੍ਹਾਂ ਦਾ ਹੋ ਰਿਹਾ, ਉਹਨੂੰ ਤਾਂ ਪਤਾ ਸੀਗਾ। ਉਹ ਫਿਰ ਉਹਦਾ ਜਿਹੜਾ ਅਖੀਰੀ ਅਸੀਂ ਕਹਿੰਦੇ ਵੀ ਇਸ ਤਰ੍ਹਾਂ ਹੋ ਜਾਏ, ਐਂ ਫੈਸਲਾ ਹੋ ਜਾਏ, ਅਸੀਂ ਸਵੀਕਾਰ ਕਰ ਲਾਂਗੇ, ਪਰ ਇੱਕ ਮਜ਼ਾਈਲ ਦੇ ਵਾਂਗੂ ਸ਼ਟਲ ਡਿਸੀਜਨ ਜਿਹੜਾ ਆਇਆ ਤੇ ਮੋਦੀ ਸਾਹਿਬ ਆਪ ਖੁਦ ਆਏ, ਉਹਨਾਂ ਨੇ ਤੋਮਰਾ ਨੂੰ, ਪਿਊਸ਼ ਗੋਇਲਾ ਨੂੰ ਤੇ ਹੋਰ ਗ੍ਰਹਿ ਮੰਤਰੀ ਨੂੰ ਪਾਸੇ ਛੱਡ ਦਿੱਤਾ, ਕੋਈ ਮੀਟਿੰਗਾਂ ਦੀ ਲੋੜ ਨਹੀਂ ਸਮਝੀ, ਉਹਨੇ ਸਿੱਧੇ 3 ਬਿੱਲ ਰੱਦ ਕਰਕੇ ਅੱਗੇ ਰੱਖ ਦਿੱਤੇ। ਔਰ ਉਹਦੇ ਕੋਈ ਵਾਧਾ ਘਾਟਾ ਨਹੀਂ ਕੀਤਾ, ਉਹਦੀ ਖੂਬਸੂਰਤੀ ਵੀ ਬਹੁਤ ਸੋਹਣੀ ਉਹਨਾਂ ਦੇ ਡਾਇਲੌਗ ਦੀ, ਉਹਦੇ ਵਿੱਚ ਕੋਈ ਉਲਝਾ ਨਹੀਂ ਰੱਖਿਆ, ਸਪਸ਼ਟ ਇਹ ਵੀ ਕਿਹਾ ਵੀ ਸਾਤੋਂ ਕਿਤੇ ਗਲਤੀ ਹੋ ਗਈ ਸਾਡੀ ਤਪੱਸਿਆ 'ਚ। ਉਹ ਤਪੱਸਿਆ ਸ਼ਬਦ ਉੱਥੇ ਐਕਚੁਅਲੀ ਸੂਟੇਬਲ ਸ਼ਬਦ ਨਹੀਂ ਹੈ, ਉੱਥੇ ਤਪੱਸਿਆ ਨਹੀਂ, ਉਹਨੂੰ ਕਹਿ ਐ ਸਕਦਾ ਵੀ ਵਿਚਾਰਧਾਰਾ ਵਿੱਚ ਸਾਡੀ ਕੋਈ ਫਰਕ ਹੋ ਸਕਦਾ। ਉਹ ਉੱਥੇ ਆ ਕੇ ਉਹਨੇ ਐਂ ਕਰਕੇ, ਚਲੋ ਅੱਜ ਵੀ ਵੈਸੇ ਫੈਸਲਾ ਹੋਇਆ ਹੈ ਕਿਸਾਨ ਯੂਨੀਅਨ ਦਾ ਵੀ ਚਲੋ ਦੇਰ ਆਏ ਪਰ ਦਰੁਸਤ ਆਏ। ਜੀ ਬਹੁਤ ਹੀ ਸਾਰੇ ਤੁਸੀਂ ਸਵਾਲ ਮੇਰੇ ਜ਼ਿਹਨ 'ਚ ਖੜੇ ਕਰ ਦਿੱਤੇ। ਆਪਣੀ ਜਿਹੜੀ ਪਹਿਲੀ ਗੱਲਬਾਤ ਕੀਤੀ ਆ, ਜੇ ਮੈਂ ਉਹਨਾਂ ਸਵਾਲਾਂ ਨਾਲ ਚੱਲ ਗਿਆ ਤੇ ਅਸੀਂ ਮੂਲ ਮੁੱਦੇ ਤੋਂ ਨਾ ਥਿੜਕ ਜਾਈਏ। ਆਪਾਂ ਵੈਸੇ ਮੈਂ ਪਹਿਲਾਂ ਹੀ ਕਿਹਾ ਕਿ ਅੱਜ ਜਜ਼ਬਾਤੀ ਨਹੀਂ ਹੋਣਾ, ਤੇ ਵੈਸੇ ਮੇਰੇ ਜ਼ਿਹਨ 'ਚ ਜਿਹੜੇ ਸਵਾਲ ਉੱਭਰੇ ਆ ਨਾ, ਉਹ 'ਚ ਸਭ ਤੋਂ ਪਹਿਲਾ ਸਵਾਲ ਤਾਂ ਮੇਰੇ ਦਿਮਾਗ 'ਚ ਇਹ ਆ ਰਿਹਾ, ਪਤਾ ਨਹੀਂ ਮੈਂ ਕਰ ਲਵਾਂ ਉੱਧਰ ਨੂੰ ਨਾ ਤੁਰ ਪਈਏ, ਕਿ ਜਿਹੜਾ ਕ੍ਰਿਸ਼ਮਾਈ ਮਾਹੌਲ ਸੀਗਾ, ਜਿਹੜਾ ਇੱਕ ਡਿਵਾਈਨ ਪਾਵਰ ਦੀ ਦਖਲਅੰਦਾਜ਼ੀ ਤੁਸੀਂ ਕਿਹਾ, ਇਹ ਕੁਝ ਚਿਰ ਪਹਿਲਾਂ ਅਜਮੇਰ ਸਿੰਘ ਹਰਾਂ ਦਾ ਗਰੁੱਪ, ਦੀਪ ਸਿੱਧੂ ਵਾਲਾ ਗਰੁੱਪ ਵੀ ਕਲਾ ਵਰਤਾਉਂਦਾ ਰਿਹਾ, ਸ਼ਹੀਦਾਂ ਦਾ ਪਹਿਰਾ ਕਹਿੰਦਾ ਰਿਹਾ,
ਕੀ ਇਹ ਤੁਹਾਡੀ ਇਹ ਕਲਾ ਉਹਦੇ ਨਾਲ ਮਿਲਦੀ ਜੁਲਦੀ ਆ, ਜਾਂ ਫਿਰ ਇਹ ਕ੍ਰਿਸ਼ਮਾ ਏਕਤਾ, ਸਬਰ, ਸੰਤੋਖ ਤੇ ਸਿਆਣਪ ਨਾਲ ਨਜਿੱਠੇ ਗਏ ਇਸ ਘੋਲ ਨੂੰ ਤੁਸੀਂ ਦੇ ਰਹੇ ਹੋ, ਜਾਂ ਫਿਰ ਕੋਈ ਰੱਬੀ ਕ੍ਰਿਸ਼ਮੇ ਨੂੰ ਸਾਰਾ ਜਿਹੜਾ ਇਹ ਜਿਹੜਾ ਦੇ ਰਹੇ ਹੋ ਕ੍ਰੈਡਿਟ? ਗਿੱਲ ਸਾਹਿਬ, ਤੁਸੀਂ ਸ਼ਬਦਾਂ ਦੇ ਮਗਰ ਪੈ ਜਾਂਦੇ ਆ। ਉਹ ਜਿਹੜਾ ਤੁਹਾਡੇ ਅੱਗੇ ਆਲਰੇਡੀ ਫੀਡ ਹੁੰਦਾ ਉਹਦੇ ਤੇ ਗੱਲ ਚਲੀ ਜਾਂਦੀ ਹੈ। ਜਿਹੜਾ ਇੱਕ ਅਸੀਂ ਬੰਦੇ ਜਿਹੜੇ ਜਿਉਂਦੇ ਬੰਦੇ ਆ, ਅਸੀਂ ਦ੍ਰਿਸ਼ਟ ਵਿੱਚ ਯਕੀਨ ਕਰਦੇ ਆ। ਕੁਝ ਚੀਜ਼ਾਂ ਸਾਨੂੰ ਨਹੀਂ ਪਤਾ ਹੁੰਦਾ, ਅਦ੍ਰਿਸ਼ਟ ਹੁੰਦੀਆਂ ਹੈਗੀਆਂ, ਜਿਹੜੀਆਂ ਵਾਪਰਦੀਆਂ ਹੁੰਦੀਆਂ, ਤੇ ਬਾਅਦ ਵਿੱਚ ਸਾਨੂੰ ਅਹਿਸਾਸ ਹੁੰਦਾ ਹਾਂ ਯਾਰ ਇਹ ਠੀਕ ਹੀ ਸੀਗਾ। ਉਹਨੂੰ ਅਸੀਂ ਕ੍ਰਿਸ਼ਮਾਈ ਕਹਿ ਲੈਂਦੇ ਹਾਂ ਜਾਂ ਅਦ੍ਰਿਸ਼ਟ ਕਹਿ ਲੈਂਦੇ ਹੁੰਦੇ। ਤੇ ਇਹ ਕਿਉਂਕਿ ਸਾਡੀ ਸੋਚ ਤੋਂ ਬਾਹਰ ਸੀ, ਅਸੀਂ ਡਰੇ ਹੋਏ ਇੰਨੇ ਸੀ ਵੀ ਸਾਡੇ ਤਾਂ ਫੇਵਰ 'ਚ ਆਉਣ ਦੀ ਸੰਭਾਵਨਾ ਹੀ ਹੈ ਨਹੀਂ ਗੀ, ਵੀ ਨਾ ਉਹ ਗੱਲ ਕਰਦੇ ਨਾ ਉਹ ਕਰਦੇ ਆ। 6 ਮਹੀਨੇ ਤੋਂ ਜ਼ਿਆਦਾ ਹੋ ਗਿਆ, ਪਤਾ ਨਹੀਂ ਜ਼ਿਆਦਾ ਮੇਰੇ ਖਿਆਲ 10 ਮਹੀਨੇ ਜ਼ਿਆਦਾ ਚਿਰ ਹੀ ਹੋਏ, 6 ਮਹੀਨੇ ਹੋ ਗਏ ਗੱਲ ਟੁੱਟੀ ਨੂੰ, ਗੱਲ ਹੋ ਨਹੀਂ ਰਹੀ। ਹੋਰ ਇਹਨੂੰ ਕ੍ਰਿਸ਼ਮਾਈ ਦਾ ਮਤਲਬ ਕੋਈ ਜਾਦੂ ਨਹੀਂ ਮੈਂ ਕਹਿ ਰਿਹਾ, ਕੋਈ ਇਹੋ ਜਿਹਾ ਨਹੀਂ ਗਾ ਵੀ ਇਹੋ ਜਿਹਾ ਵਰਤਾਰਾ ਉਹ ਜਿਹੜੀ ਤੁਸੀਂ ਗੱਲ ਕਰਦੇ, ਮੈਂ ਉਹਦੇ ਨਾਲ ਨਹੀਂ ਮੈਂ ਹੈਗਾ। ਮੈਂ ਇਹ ਕਹਿਣਾ ਹਾਂ ਵੀ ਬਸ ਮੈਂ ਇਹੀ ਨਖੇੜਾ ਕਰਨਾ ਚਾਹੁੰਦਾ ਸੀ, ਇਹੀ ਨਖੇੜਾ ਕਰਨਾ ਚਾਹੁੰਦਾ ਸੀਗਾ ਕਿ ਭੂਮੀ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਹੁੰਦਾ ਹੈ। ਉਹ ਸਾਨੂੰ ਲੱਗ ਰਿਹਾ ਸਾਡੇ ਵਾਸਤੇ ਤਾਂ ਇੱਕ ਤਰ੍ਹਾਂ ਕ੍ਰਿਸ਼ਮਾ ਦਾ ਰੂਪ ਹੋ ਜਾਂਦਾ, ਕ੍ਰਿਸ਼ਮੈਟਿਕ ਆ ਅੰਗਰੇਜ਼ੀ ਦਾ ਸ਼ਬਦ ਹੈ ਇਹ ਕ੍ਰਿਸ਼ਮਾ ਵੀ ਜਿਹੜਾ। ਉਹਦੇ ਵਿੱਚੋਂ ਇਹ ਆਉਂਦਾ ਵੀ ਇਹ ਗੱਲ ਜਦੋਂ ਵਾਪਰਦੀ ਆ ਨਾ ਵੀ ਐਂ ਵੀ ਹੋ ਸਕਦਾ। ਤਿੰਨੇ ਬਿੱਲ ਅਸੀਂ ਤਾਂ ਥੱਲੇ, ਸਾਡੀ ਤਾਂ ਆਪਸ਼ਨ ਹੀ ਬੜੀਆਂ ਛੋਟੀਆਂ ਸੀਗੀਆਂ, ਉਹ ਐਂ ਹੋ ਗਿਆ। ਤੇ ਫਿਰ ਮੋਦੀ ਸਾਹਿਬ ਦੇ ਮੂੰਹ ਤੋਂ ਜਿਹੜਾ ਐਡਾ ਵੱਡਾ, ਜਿਹਨੇ ਸੁੱਕਣੇ ਪਤਾ ਹਿੰਦੁਸਤਾਨ ਨੂੰ, ਐਡੇ ਵੱਡੀਆਂ ਐਜੀਟੇਸ਼ਨਾਂ ਪਿੱਛੇ ਚੱਲੀਆਂ, ਉਹ ਨਾਗਰਿਕਤਾ ਬਿੱਲ ਦੀ 370 ਦੀ ਚੱਲੀ ਆ, ਤੇ ਇਹ ਸਾਡੇ ਵਿੱਚ ਆ ਕੇ ਇਹ ਜਿਹੜਾ ਹੋਣਾ ਇੱਕ ਸਾਡੀ ਛੋਟੀ ਜਿਹੀ ਕਮਿਊਨਿਟੀ ਦਾ ਐਡਾ ਜਿੱਤ ਹਾਸਲ ਹੋਣੀ, ਇਹਦੇ ਨੂੰ ਹੋਰ ਕੀ ਆਪਾਂ ਸ਼ਬਦ ਕਿਹੜੇ ਵਰਤਾਂਗੇ? ਬਸ ਜੀ ਫਿਰ ਸਿੱਖ ਧਰਮ ਨਾਲ ਜੋੜ ਰਹੇ ਆਪਾਂ। ਇਹ ਮੋਰਚਾ ਸਿੱਖ ਧਰਮ ਦਾ ਨਹੀਂ, ਕਿਸਾਨੀ ਦਾ ਮੋਰਚਾ ਸੀਗਾ। ਸਰਕਾਰਾਂ ਨੇ ਵੀ ਇਹਨੂੰ ਸਿੱਖ ਧਰਮ ਨਾਲ ਜੋੜਨ ਦੀ ਧਰਮ ਦੀ ਗੱਲ ਹੀ ਨਹੀਂ ਕੀਤੀ ਜੀ। ਨਹੀਂ, ਛੋਟੀ ਜੀ ਕਮਿਊਨਿਟੀ ਕਹਿ ਰਹੇ ਹੋ, ਛੋਟੀ ਜੀ ਕਮਿਊਨਿਟੀ ਸਿੱਖ ਧਰਮੀ ਆ। ਕਮਿਊਨਿਟੀ ਦਾ ਮਤਲਬ ਹੁੰਦਾ ਵੀ ਇਹ ਤਾਂ ਹੈ ਹੀ ਨਾ ਵੀ 2% ਤੁਸੀਂ ਕਹੀ ਜਾ ਰਹੇ ਹੋ। ਹਾਂ ਕਿੰਨੇ ਕੁ ਪੰਜਾਬੀ? ਪਰ ਇਹ ਘੋਲ ਸਾਡਾ ਇਕੱਲਿਆਂ ਦਾ ਨਹੀਂ ਸੀਗਾ, ਘੋਲ ਦੀ ਅਗਵਾਈ ਅਸੀਂ ਕਰ ਰਹੇ ਸੀ। ਇਹ ਗੱਲ ਮੈਂ ਤੁਹਾਡੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਚੰਗਾ ਲੱਗਦਾ ਜਦੋਂ ਵਿਚਾਰਾਂ ਦਾ ਟਕਰਾਅ ਹੁੰਦਾ, ਕੋਈ ਗੱਲ ਨਹੀਂ, ਕੋਈ ਗੱਲਾਂ ਆਪਾਂ ਸਿੱਖਦੇ ਆ, ਮੈਂ ਤੁਹਾਡੇ ਕੋਲ ਬਹੁਤ ਕੁਝ ਸਿੱਖਦਾ ਆ। ਅਸੀਂ ਮਿਨੋਰਟੀ ਤਾਂ ਹੈਗੇ ਨਾ, ਕੌਮ ਤਾਂ ਹੈ ਹੀ ਨਾ। ਨਹੀਂ, ਇਹ ਤੋਂ ਦੋ ਰਾਵਾਂ ਨਹੀਂ, ਪਰ ਮੈਂ ਕਹਿ ਰਿਹਾ ਕਿ ਇਹ ਜਿਹੜਾ ਜਦੋਜਹਿਦ, ਜੇ ਅੰਦੋਲਨ, ਜੋ ਸੰਘਰਸ਼ ਲੜਿਆ ਗਿਆ, ਚਾਹੇ ਉਹਦੇ 'ਚ ਲੀਡਿੰਗ ਤੌਰ 'ਤੇ ਅਸੀਂ ਦੇਖ ਰਹੇ ਸੀ ਪਗੜੀਧਾਰੀ ਸਿੱਖ, ਕਿਉਂਕਿ ਜ਼ਿਆਦਾ ਸਿੱਖ ਕਿਸਾਨੀ ਜਿਹੜੀ ਆ ਉਹੀ ਹੀ ਨਜ਼ਰ ਆ ਰਹੀ ਸੀਗੀ, ਭਾਵੇਂ ਯੂਪੀ 'ਚ ਹੋਵੇ, ਚਾਹੇ ਪੰਜਾਬ 'ਚ ਹੋਵੇ, ਚਾਹੇ ਹਰਿਆਣੇ 'ਚ ਵੀ ਚੰਦੂਨੀ ਵਰਗੇ ਲੀਡਰ ਸੀਗੇ। ਹਾਲਾਂਕਿ ਹਰਿਆਣੇ ਵਾਲਿਆਂ ਨੇ ਬੜਾ ਮਤਲਬ ਮੋਢੇ ਨਾਲ ਮੋਢਾ ਜੋੜ ਕੇ ਨਹੀਂ, ਸਗੋਂ ਸਾਡੇ ਤੋਂ ਵੀ ਕਈ ਕਦਮ ਅੱਗੇ ਲੰਘ ਕੇ ਮੋਰਚੇ 'ਚ ਜਿਹੜਾ ਉਹ ਸਾਥ ਦਿੱਤਾ। ਗਿੱਲ ਸਾਹਿਬ ਟਕੈਤ ਸਾਹਿਬ ਨੂੰ ਤੁਸੀਂ ਅੰਡਰ ਐਸਟੀਮੇਟ ਨਹੀਂ ਕਰ ਸਕਦੇ। ਬਿਲਕੁਲ ਨਹੀਂ ਕਰ ਸਕਦੇ। ਬਹੁਤ ਵੱਡੀ ਭਾਰੀ, ਮੈਂ ਕਹਿੰਦਾ ਸੰਘਰਸ਼ ਦੀ ਵੱਡੀ ਤੋਪ, ਮੈਂ ਕਹਿੰਦਾ ਉਹਨੂੰ। ਅੱਛਾ, ਇੱਕ ਸਵਾਲ ਮੇਰੇ ਦਿਮਾਗ 'ਚ ਇਹ ਵੀ ਆ ਰਿਹਾ, ਇਹਦਾ ਵੀ ਆਪਾਂ ਸਹੀ ਥੋੜਾ ਜਿਹਾ ਇਹਨੂੰ ਕਲੈਰੀਫਾਈ ਕਰ ਲਈਏ। ਤੁਸੀਂ ਕਿਹਾ ਕਿ ਅਸੀਂ ਯਾਨੀ ਕਿ ਵਿਦਵਾਨ, ਬੁੱਧੀਜੀਵੀ ਜਿਹਨਾਂ ਨੂੰ ਕਹਿੰਦੇ, ਸੋ ਕਾਲਡ ਬੁੱਧੀਜੀਵੀ ਕਹਿੰਦੇ ਆ, ਉਹ ਹੌਲੀ ਹੌਲੀ ਮਤਲਬ ਮਹਿਸੂਸ ਕਰ ਰਹੇ ਸੀ ਕਿ ਮੋਰਚਾ ਲੰਮਾ ਹੋ ਗਿਆ ਤੇ ਕੋਈ ਪ੍ਰਾਪਤੀ ਹੁੰਦੀ ਨਹੀਂ ਦਿਖਦੀ, ਤੇ ਲੈ ਦੇ ਕੇ ਸਮਝੌਤਾ ਕਰ ਲਿਆ ਜਾਵੇ। ਤੇ ਪਰ ਕਿਸਾਨਾਂ ਨੂੰ ਦਿਖਦਾ ਸੀਗਾ ਕਿ ਸਾਡੀ ਤਾਕਤ, ਸਾਡਾ ਜਿਹੜਾ ਮੋਰਚੇ ਨੂੰ ਚਲਾਉਣ ਦਾ ਢੰਗ ਤਰੀਕਾ ਆ, ਜਿਸ ਤਰੀਕੇ ਨਾਲ ਪਹਿਲੇ ਦਿਨੋਂ ਰਾਜੇਵਾਲ ਸਾਹਿਬ ਨੇ ਕਹਿ ਦਿੱਤਾ ਸੀ ਕਿ ਜੇ ਮੋਰਚਾ ਇਹ ਦੂਜੇ ਪਾਸੇ ਗਿਆ, ਗਰਮ ਖਿਆਲੀਆਂ ਦੇ ਹੱਥਾਂ 'ਚ ਗਿਆ, ਤੇ ਫਿਰ ਸਰਕਾਰ ਕੋਲੋਂ ਤਸ਼ੱਦਦ ਕਰਨ ਦੇ ਰਾਹ ਖੁੱਲ ਜਾਣੇ ਆ, ਮੋਰਚਾ ਹਾਰ ਜਾਵਾਂਗੇ। ਜੇ ਅਮਨ ਭਰਪੂਰ ਲੜਦੇ ਰਹੇ ਤੇ ਮੋਰਚਾ ਜਿੱਤਾਂਗੇ। ਔਰ ਉਹਨਾਂ ਦੇ ਮਨ 'ਚ ਕਿਤੇ ਵੀ ਅਡੋਲਤਾ ਨਹੀਂ ਆਈ। ਇਕੱਲੇ ਰਾਜੇਵਾਲ ਨਹੀਂ, ਸਾਰੀ ਲੀਡਰਸ਼ਿਪ ਦੇ ਕਿਸੇ ਵੀ ਕਿਸਾਨ ਲੀਡਰ ਨੇ ਇੱਕ ਵੀ ਸਟੇਜ ਤੇ ਇਹ ਨਹੀਂ ਕਿਹਾ ਕਿ ਅਸੀਂ ਬਿੱਲ ਵਾਪਸੀ ਤੋਂ ਪਹਿਲਾਂ ਘਰ ਚੱਲ ਜਾਾਂਗੇ ਜਾਂ ਕੋਈ ਸਮਝੌਤਾ ਕਰ ਲਾਂਗੇ। ਹਾਂ, ਅੰਦਰ ਖਾਤੇ ਕੋਈ ਗੱਲਾਂ ਚੱਲਦੀਆਂ ਹੋਣ ਵੱਖਰੀ ਗੱਲ ਆ, ਪਰ ਸਮੇਂ ਨੇ ਇਹ ਸਾਬਤ ਕਰ ਦਿੱਤਾ ਕਿ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਲੀਡਰ ਸੀਗੇ, ਉਹ ਸਾਡੇ ਬੁੱਧੀਜੀਵੀਆਂ ਨਾਲੋਂ ਜ਼ਿਆਦਾ ਸਮਝ ਰੱਖਦੇ ਆ, ਜ਼ਿਆਦਾ ਦ੍ਰਿੜਤਾ ਨਾਲ ਪਹਿਰਾ ਦੇ ਸਕਦੇ ਆਪਣੀ ਗੱਲ ਤੇ ਉਹ ਡੋਲਦੇ ਵੀ ਘੱਟ ਆ, ਕਿਉਂਕਿ ਉਹਨਾਂ ਨੂੰ ਸੰਘਰਸ਼ਾਂ ਦਾ ਤਜਰਬਾ ਹੁੰਦਾ। ਇਸ ਗੱਲ ਨਾਲ ਤੇ ਤੁਸੀਂ ਜ਼ਰੂਰ ਸਹਿਮਤ ਹੋਵੋਗੇ। ਗਿੱਲ ਸਾਹਿਬ, ਤੁਹਾਡਾ ਸਵਾਲ ਇਹ ਹੈ, ਮੈਂ ਕਿਸਾਨੀ ਮੈਨੇਜਮੈਂਟ ਦੇ ਬਾਬਤ ਮੈਂ ਇਸ ਤੇ ਕਹਿੰਦਾ ਵੀ ਜਿਹੜੀ ਕਿਸਾਨੀ ਮੈਨੇਜਮੈਂਟ ਦੀ ਜਿਹੜੀ ਕਿਆਦਤ ਸੀਗੀ ਜੀ, ਇਹ ਕਿਆਦਤ ਸੀਗੀ, ਜਿਹੜੀ ਕਿਆਦਤ ਮਤਲਬ ਲੀਡਰਸ਼ਿਪ ਸੀਗੀ, ਬਹੁਤ ਹੀ ਰਿਮਾਰਕੇਬਲ
ਇਹਦਾ ਰੋਲ ਸੀਗਾ, ਕਮੈਂਡੇਬਲ ਰੋਲ ਸੀ ਇਹਦਾ। ਮਤਲਬ ਇਹੋ ਜੀ ਤੁਹਾਨੂੰ ਕਿਸੇ ਸੰਘਰਸ਼ ਵਿੱਚ ਇਹੋ ਜੀ ਕਿਆਦਤ ਮਿਲ ਨਹੀਂ ਸਕਦੀ। ਇੰਨੀ ਇਹਦੇ ਵਿੱਚ ਸਹਿਜ ਸੀਗਾ, ਇੰਨਾ ਸੰਜਮ ਸੀਗਾ, ਇੰਨਾ ਮਰਿਆਦਾ ਸੀ, ਇੰਨਾ ਡਰ ਸੀ ਇਹਨਾਂ ਦੇ ਵਿੱਚ ਵੀ ਕਿਤੇ ਅਸੀਂ ਜਿਹੜੀ ਡੈਮੋਕ੍ਰੇਟ ਮਰਿਆਦਾ ਹੈ, ਇਤਿਹਾਸਕ ਮਰਿਆਦਾ ਹੁੰਦੀ ਹੈ ਸੰਘਰਸ਼ਾਂ ਦੀ, ਉਹ ਤੋਂ ਕਿਤੇ ਪਾਸੇ ਨਾ ਨਿਕਲ ਜੀਏ ਅਸੀਂ, ਉਹਦੇ ਤੋਂ ਬਾਹਰ ਨਾ ਕਿਤੇ ਉਸ ਔਰਬਿਟ 'ਚੋਂ ਨਿਕਲ ਜੀਏ, ਅਸੀਂ ਉਹਦੇ ਵਿੱਚ ਰਹਿ ਕੇ ਲੜੀਏ। ਕਿਉਂਕਿ ਸਾਨੂੰ ਵਰਲਡ ਵੀ ਵੇਖ ਰਿਹਾ ਹੈਗਾ, ਸਾਨੂੰ ਹੋਰ ਨੇਸ਼ਨਸ ਵੀ ਵੇਖ ਰਹੀਆਂ ਹੈਗੀਆਂ, ਦੁਨੀਆ ਦੇਖ ਰਹੀ ਹੈ, ਕਿਤੇ ਸਾਨੂੰ ਇਹ ਉਲਾਮਾ ਨਾ ਆ ਜੇ ਵੀ ਆ ਇਹ ਗਲਤ ਹੈਗੇ ਆ। ਉਹਨਾਂ ਨੇ ਉਹਦੇ ਉਸ ਦਾਇਰੇ ਦੇ ਵਿੱਚ ਰਹਿ ਕੇ ਬੜੇ ਸੰਜਮ ਨਾਲ ਔਰ ਐਡੇ ਭਾਰੀ ਇਕੱਠ ਨੂੰ ਕੰਟਰੋਲ ਕਰਕੇ, ਔਰ ਉਹਨਾਂ 'ਤੇ ਮੁਸ਼ਕਲਾਂ ਵੀ ਬਹੁਤ ਆਈਆਂ, ਉਹਨੂੰ ਉਲਾਮੇ ਵੀ ਬਹੁਤ ਮਿਲੇ, ਉਹਨਾਂ ਤੋਂ ਕੁਝ ਕਹਿਣ 'ਚ ਗੱਲਾਂ ਜਿਹੜੀਆਂ ਪਈਆਂ ਉਹ ਸਹਿਣੀਆਂ ਵੀ ਪਈਆਂ, ਜਿਵੇਂ ਸੀਗਾ ਨਾ ਵੀ ਆਹ ਨਾ ਕਰੋ, ਨਾਅਰਾ ਨਾ ਲਾਓ, ਝੰਡਾ ਜੀ, ਕਈ ਗੱਲਾਂ ਹੋਈਆਂ ਸੀਗੀਆਂ। ਪਰ ਉਹਨਾਂ ਨੇ ਸਬਰ ਜਿਹੜਾ ਇੱਕ ਸੰਤੋਖ ਆ ਉਹ ਛੱਡਿਆ ਨਹੀਂ। ਤੇ ਕਮਾਲ ਦੀ ਮੈਂ ਕਹਿੰਦਾ ਵੀ ਇਹ ਜੀ ਮੈਨੇਜਮੈਂਟ ਮਿਲ ਹੀ ਨਹੀਂ ਸਕਦੀ ਕਿਸੇ ਸੰਘਰਸ਼ ਜੀ। ਗੱਜਣਵਾਲਾ ਜੀ ਸੇਰਾ ਉਹਨਾਂ ਨੂੰ ਵੀ ਬਹੁਤ ਜਾਂਦਾ। ਹਾਂ ਹਾਂ, ਇਹਦੇ ਪਿਛੋਕੜ 'ਚ ਇੱਕ ਹੋਰ ਗੱਲ ਵੀ ਪਈ ਸੀਗੀ, ਪੰਜਾਬ ਦੇ ਵੱਡੇ ਦਿਖਾਂਤ ਪੰਜਾਬ ਨੇ ਝੱਲੇ ਆ ਪਿਛਲੇ ਸਮਿਆਂ 'ਚ, ਚਾਹੇ ਪਾਰਟੀਸ਼ਨ ਦਾ ਦਿਖਾਂਤ ਹੋਵੇ, ਚਾਹੇ ਪੰਜਾਬੀ ਸੂਬਾ ਮੋਰਚਾ ਦੀ ਵੱਡੀ ਲਹਿਰ ਹੋਵੇ, ਜਾਂ ਚਾਬੀਆਂ ਵਾਲਾ ਮੋਰਚਾ ਜਿਹੜਾ ਆਪਾਂ ਗੁਰੂ ਘਰਾਂ ਦਾ ਮੋਰਚਾ ਲੜਿਆ, ਉਹ ਤੋਂ ਬਾਅਦ ਜਿਹੜਾ ਅੱਤਵਾਦ ਦਾ ਦੌਰ ਆਇਆ, ਜਿਹੜਾ ਉਹ ਵੀ ਅਸਲ 'ਚ ਧਰਮ ਯੁੱਧ ਮੋਰਚੇ ਦੇ ਨਾਂ 'ਤੇ ਅਸੀਂ ਲੜਿਆ ਸੀਗਾ। ਅਤੇ ਉਹਦੇ ਵਿੱਚ ਜਿਹੜੇ ਸਾਡੇ ਨਾਲ ਹੋਏ ਵਰਤਾਰੇ ਸੀਗੇ, ਉਹਨਾਂ ਤੋਂ ਸਬਕ ਸਿੱਖਦੇ ਹੋਏ ਲੀਡਰਸ਼ਿਪ ਨੇ ਬਾਰ-ਬਾਰ ਕਿਹਾ ਕਿ ਅਸੀਂ ਨੌਜਵਾਨ ਨਹੀਂ ਮਰਾਉਣੇ ਆਪਣੇ, ਅਸੀਂ ਲਹੂ ਦਾ ਕਤਰਾ ਇੱਕ ਨਹੀਂ ਡੁੱਲਣ ਦੇਣਾ। ਹਾਲਾਂ 700 ਸ਼ਹੀਦੀਆਂ ਜ਼ਰੂਰ ਹੋ ਗਈਆਂ, 700 ਤੋਂ ਵੱਧ, ਉਹ ਵੱਖਰੀ ਗੱਲ ਹੈ, ਪਰ ਉਹਨਾਂ ਨੇ ਜਿਹੜੀ ਕਮਾਨ ਆ ਉਹ ਉਹਨਾਂ ਹੱਥਾਂ 'ਚ ਨਹੀਂ ਜਾਣ ਦਿੱਤੀ ਜਿਹੜੇ ਤੱਤ ਭਰੱਟੇ ਅਨਸਰ ਵਿੱਚ ਵੜ ਗਏ ਸੀਗੇ, ਜਿਹੜੇ ਚਾਹੁੰਦੇ ਸੀ ਕਿ ਅਸੀਂ ਧੱਕੇ ਨਾਲ ਸ਼ਾਇਦ ਸਰਕਾਰ ਕੋਈ ਮਨਾ ਲੈਣਾ। ਪਰ ਜਿੰਨਾ ਸਾਬਤ ਹੋਇਆ, ਇਸ ਗੱਲ ਨੂੰ ਸੱਚ ਸਾਬਤ ਹੋਇਆ ਕਿ ਜਿਸ ਤਰੀਕੇ ਨਾਲ ਲੀਡਰਸ਼ਿਪ ਨੇ ਅਮਨ ਦਾ ਲੜਦਾ, ਤੇ ਮਤਲਬ ਐਂ ਕਹਿ ਲਓ ਕਿ ਕਈ ਤੇ ਮਜ਼ਾਕ ਕਰਦੇ ਸੀ ਕਿ ਗਾਂਧੀਵਾਦੀ ਪਾਲਿਸੀਆਂ ਨਾਲ ਕਦੀ ਇਨਕਲਾਬ ਨਹੀਂ ਹੁੰਦੇ। ਉਹਨਾਂ ਲੋਕਾਂ ਨੂੰ ਵੀ ਸ਼ਾਇਦ ਇਹਦਾ ਜਵਾਬ ਮਿਲ ਗਿਆ ਕਿ ਅੰਦੋਲਨ 'ਚ ਲੋਕ ਸ਼ਕਤੀ ਕਿੱਡੀ ਵੱਡੀ ਹੁੰਦੀ ਆ ਜੇ ਲੋਕ ਦਿਲੋਂ ਉਹਦੇ ਨਾਲ ਜੁੜੇ ਹੋਣ, ਤੇ ਜੇ ਲੀਡਰਸ਼ਿਪ ਦੀ ਸੂਝ ਹੋਵੇ ਤੇ ਉਹ ਲੀਡਰਸ਼ਿਪ ਥਿੜਕਣ ਨਾ ਦੇਵੇ, ਤੇ ਵੱਡੇ ਤੋਂ ਵੱਡੇ ਸੰਘਰਸ਼ ਜਿਹੜੇ ਆ ਉਹ ਜਿੱਤੇ ਜਾ ਸਕਦੇ ਆ। ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ, ਤੁਸੀਂ ਆਪਣੇ ਪੁਆਇੰਟ ਆਊਟ ਸਾਰੇ ਕਰ ਲਿਓ ਮੇਰੇ ਨਾਲ, ਕੱਲਾ ਜਿਹੜੇ ਤੁਹਾਡੇ ਦਿਮਾਗ 'ਚ ਨੇ, ਕਿ ਕਿਸਾਨ ਲੀਡਰਸ਼ਿਪ ਦਾ ਇਹ ਪੱਕਾ ਤਹੀਆ ਕੀਤਾ ਹੋਇਆ ਸੀ ਕਿ ਅਸੀਂ ਨੌਜਵਾਨੀ ਦਾ ਖੂਨ ਨਹੀਂ ਡੁੱਲਣ ਦੇਣਾ, ਕਿਉਂਕਿ ਸਾਡੇ ਬੜੇ ਭੈੜੇ ਤਜਰਬੇ ਸੀ ਪਿਛਲੇ। ਗਿੱਲ ਸਾਹਿਬ, ਤੁਸੀਂ ਪਾਸਟ ਦੇ ਸੰਘਰਸ਼ਾਂ ਦੀ ਗੱਲ ਨੂੰ ਜੋੜ ਕੇ ਗੱਲ ਕਰ ਰਹੇ ਆ, ਪਰ ਇਹ ਸੰਘਰਸ਼ ਦੀ ਨਿਆਰਾਪਣ ਇਹ ਸੀਗਾ, ਇਹਦੀ ਉਹਦੇ ਨਾਲੋਂ ਇਹ ਡਿਫਰੈਂਟ ਇਹ ਸੀ ਕਿਉਂਕਿ ਇਹਦੇ ਉੱਤੇ ਸਾਡੀ ਕਿਸਾਨੀ ਦਾ, ਸਾਡੇ ਵਜੂਦ ਦਾ ਸਵਾਲ ਸੀ, ਸਾਡੀ ਹੋਣ ਦਾ ਸਵਾਲ ਸੀ, ਸਾਡੇ ਕਲਚਰ ਦੇ ਮਨਫੀ ਹੋਣ ਦਾ ਸਵਾਲ ਸੀ। ਇਸ ਕਰਕੇ ਇਹ ਉਹਨਾਂ ਸੰਘਰਸ਼ਾਂ ਨਾਲੋਂ ਡਿਫਰੈਂਟ ਸੀ। ਔਰ ਇਹ ਸੰਘਰਸ਼ ਕੋਈ ਛੋਟੇ ਜਿਹੇ ਵਰਗ ਦਾ ਨਹੀਂ ਸੀ, ਇਹ ਸਮੁੱਚਤਾ ਦਾ ਸੀਗਾ, ਬਹੁਤ ਵੱਡੇ ਮਤਲਬ ਸਮੂਹ ਦਾ ਇਕੱਠ ਸੀਗਾ, ਵੱਡੇ ਖਿੱਤੇ ਦਾ ਸੀਗਾ ਇਹ ਸੰਘਰਸ਼ ਸੀਗਾ। ਇਸ ਵਾਸਤੇ ਇਹਦੀ ਬਣਤਰ ਜਿਹੜਾ ਸੀ ਡਿਫਰੈਂਟ ਆ ਉਹਨਾਂ ਨਾਲੋਂ। ਬਾਕੀ ਰਹੀ ਗਾਂਧੀਵਾਦੀ ਵਾਲੀ ਗੱਲ ਵੀ ਗਾਂਧੀਵਾਦੀ ਐ ਨਹੀਂ ਹੋਣਾ, ਪਰ ਪਿਸਤੌਲਾਂ ਨਾਲ ਵੀ ਗੱਲ ਨਹੀਂ ਬਣਦੀ ਗੀ ਅੱਜ ਕੱਲ੍ਹ, ਪਿਸਤੌਲਾਂ ਨਾਲ ਵੀ ਨਹੀਂ ਬਣਨਾ ਸੀਗਾ। ਇਹ ਮਤਲਬ ਤੁਹਾਨੂੰ ਵਰਲਡ ਦੇ ਸੀਨੀਰੀਓ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਪੈਣਾ ਸੀ, ਉਹਦੇ ਵਿੱਚ ਇਹ ਸਫਲਤਾ ਦਾ ਕਾਰਨ ਵੀ ਇਹ ਹੀ ਸੀਗਾ। ਜਦੋਂ ਅਸੀਂ ਦੇਸ਼ ਇੱਥੇ 'ਚ ਹੀ ਰਹਿਣਾ ਹੈ, ਡੈਮੋਕ੍ਰੇਟਿਕ ਕੰਟਰੀ ਹੈ, ਇਹਦੇ ਵਿੱਚ ਹੀ ਰਹਿਣਾ, ਫਿਰ ਸਾਡੇ ਕੋਲ ਤਾਂ ਉਹ ਗੋਲੀ ਹੈਗੀ ਆ ਵੋਟ, ਉਹਦੇ ਨਾਲ ਫਿਰ ਜਦੋਂ ਦਿਸਿਆ ਉਹਨਾਂ ਨੂੰ ਵੀ ਅਸੀਂ ਤਾਂ ਉੱਡ ਗਿਆ ਕੰਮ ਸਾਡਾ, ਤੇ ਉਹ ਫਿਰ ਇਸ ਤਰ੍ਹਾਂ ਹੋਣਾ ਹੀ ਸੀ ਨਾ ਜੀ। ਅੱਛਾ, ਤੁਹਾਡੀ ਗੱਲਬਾਤ 'ਚੋਂ ਮੈਂ ਤੁਹਾਡੇ ਪੁਆਇੰਟ ਸਾਰੇ ਲੈਣੇ ਆ, ਆਪਾਂ ਭਾਵੇਂ ਥੋੜਾ 5-7 ਮਿੰਟ ਵੱਧ ਵੀ ਅੱਜ ਹੋ ਜਾਣ, ਕੋਈ ਗੱਲ ਨਹੀਂ, ਮੈਂ ਤੁਹਾਡੇ ਕੋਲ ਸਾਰੇ ਪੁਆਇੰਟ ਲੈਣੇ ਆ। ਪਰ ਤੁਸੀਂ ਸ਼ੁਰੂਆਤੀ ਜਦੋਂ ਆਪਾਂ ਸ਼ੁਰੂ ਕੀਤਾ ਪ੍ਰੋਗਰਾਮ ਵਿੱਚ 2 ਪੁਆਇੰਟ ਉਠਾਏ ਸੀਗੇ। ਇੱਕ ਤਾਂ ਇਹ ਕਿਹਾ ਸੀਗਾ ਕਿ ਜਿਸ ਢੰਗ ਨਾਲ ਮੋਦੀ ਦਾ ਕ੍ਰਿਸ਼ਮਾ ਚੱਲਿਆ ਹਿੰਦੁਸਤਾਨ 'ਚ, ਉਹਦਾ ਉਭਾਰ ਹੋਇਆ, ਤੇ ਉਸ ਸਮੇਂ ਨਾ ਉਦੋਂ ਸਮੇਂ ਤੋਂ ਲੈ ਕੇ ਹੁਣ ਤੱਕ ਮਤਲਬ ਕਿਸੇ ਨੇ ਵੀ ਇਹ ਹੀਆ ਨਹੀਂ ਸੀ ਕੀਤਾ ਕਿ ਮੋਦੀ ਦੀਆਂ ਨੀਤੀਆਂ ਨੂੰ, ਉਹਨਾਂ ਦੀ ਪਿੱਛੇ ਜਿਹੜੀ ਚੱਲ ਰਹੀ ਸੋਚ ਆ ਨਾਗਪੁਰ ਵਾਲੀ, ਉਹਨੂੰ ਕੋਈ ਚੈਲੰਜ ਕੀਤਾ। ਕਿਸਾਨ ਅੰਦੋਲਨ ਨੇ ਬੜੇ ਹੀ ਤਰ੍ਹਾਂ ਦੇ ਚੈਲੰਜ ਜਿਹੜੇ ਆ ਉਹ ਕੀਤੇ, ਇਕੱਲਾ ਇੱਕ ਆਰਥਿਕ ਮੋਰਚਾ ਹੀ ਨਹੀਂ ਸੀਗਾ, ਇਹ ਇੱਕ ਡੈਮੋਕ੍ਰੇਟਿਕ
ਜਿਹੜੀ ਪ੍ਰਣਾਲੀ ਆ ਉਹਨੂੰ ਢਾਹ ਲਾਉਣ ਦੇ ਵਿਰੁੱਧ ਵੀ ਮੋਰਚਾ ਸੀਗਾ। ਇਹ ਮੋਰਚਾ ਫੈਡਰਲਿਜ਼ਮ ਦੇ ਸਿਧਾਂਤਾਂ ਨੂੰ ਬਣਾਇਆ ਹੋਇਆ ਮੋਰਚਾ ਵੀ ਸੀਗਾ। ਇਹ ਮੋਰਚਾ ਹੱਕ ਸੱਚ ਦੀ ਲੜਾਈ ਦਾ, ਡੈਮੋਕ੍ਰੈਟਿਕ ਰਾਈਟਸ, ਮਤਲਬ ਜਿੰਨੀਆਂ ਚੀਜ਼ਾਂ ਤੁਸੀਂ ਇਹਦੇ ਨਾਲ ਜੋੜ ਦਿਓ ਉਹਨਾਂ ਨਾਲ ਜੁੜਦਾ ਹੋਇਆ ਮੋਰਚਾ ਸੀਗਾ। ਸੋ ਉਹਨਾਂ ਨੂੰ, ਉਹਨਾਂ ਦੀ ਜਿਹੜੀ ਸ਼ਕਤੀ ਸੀ ਦੋ ਜਣਿਆਂ ਦੀ, ਅਮਿਤ ਸ਼ਾਹ ਮੋਦੀ ਹੋਰਾਂ ਦੀ, ਜਿਹੜੇ ਆਪਣੇ ਆਪ ਨੂੰ ਹੀ ਸਾਰੀ ਸਰਕਾਰ ਸਮਝਦੇ ਸੀਗੇ, ਉਹਨਾਂ ਨੂੰ ਵੀ ਇਹ, ਉਹਨਾਂ ਦੀ ਖੁਦ ਪ੍ਰਸਤੀ ਨੂੰ ਵੀ ਇੱਕ ਸਿੱਧਾ ਚੈਲੰਜ ਸੀਗਾ ਮੇਰੇ ਖਿਆਲ 'ਚ। ਤੇ ਇਹ ਜਿਹੜਾ ਉਭਾਰ ਹੈ, ਹੁਣ ਜੇ ਮੈਂ ਪਿੱਛੇ ਜਾਵਾਂ ਤੇ ਮੈਨੂੰ ਹੋਰ ਲੰਬਾ ਕੰਮ ਹੋ ਜਾਏਗਾ। ਮੇਰੇ ਨਾਲ ਇੱਕ ਅਮਰੀਕਨ ਆਰਮੀ ਦੇ ਆਫੀਸਰ ਪਿੱਛੇ ਆਏ, ਭਾਰਤੀ ਪਹਿਲਾ ਵਿਅਕਤੀ ਸੀਗਾ ਜਿਹੜਾ ਆਰਮੀ ਦਾ ਉੱਥੇ ਕਮਿਸ਼ਨ ਅਫਸਰ ਬਣਿਆ ਸੀਗਾ, ਬਜ਼ੁਰਗ ਹੈ ਹੁਣ। ਉਹਨਾਂ ਨੇ ਗਾਂਧੀਵਾਦ ਦੇ ਉੱਤੇ ਇੱਕ ਮੇਰੇ ਨਾਲ ਇੰਟਰਵਿਊ ਕੀਤਾ ਸੀਗਾ, ਰਾਦਰ 2 ਕੀਤੇ ਸੀਗੇ। ਉਹਨਾਂ ਨੇ ਗਾਂਧੀ ਦੇ ਪਖੰਡ ਵੈਸੇ ਨੰਗੇ ਕੀਤੇ, ਉਹਨਾਂ ਨਾਲ, ਉਹਨੂੰ ਗਾਂਧੀ ਦੀ ਪਾਲਿਸੀ ਨਾਲ ਸਹਿਮਤ ਨਹੀਂ ਸੀਗੇ, ਪਰ ਉਹਨਾਂ ਨੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਕਿ ਗਾਂਧੀ ਦਾ ਉਭਾਰ ਕਿੱਦਾਂ ਹੋਇਆ, ਉਭਾਰ ਹੋਇਆ ਜਾਂ ਉਭਾਰ ਕੀਤਾ ਗਿਆ। ਲੀਡਰਾਂ ਦੇ ਵੀ ਉਭਾਰ ਹੁੰਦੇ ਨਹੀਂ, ਲੀਡਰਾਂ ਦੇ ਅੱਜ ਦੇ ਸਮੇਂ 'ਚ ਉਭਾਰ ਕੀਤੇ ਜਾਂਦੇ ਆ। ਉਹਨਾਂ ਨੇ ਤੱਥਾਂ ਦੇ ਹਿਸਾਬ ਨਾਲ ਸਾਨੂੰ ਦੱਸਿਆ ਸੀਗਾ ਕਿ ਕਿੱਦਾਂ ਵਿਜੇ ਲక్ష్ਮੀ ਪੰਡਤ ਨੂੰ ਸਾਊਥ ਅਫਰੀਕਾ ਤੇ ਇੰਗਲੈਂਡ 'ਚ ਫਰੰਗੀ ਸਰਕਾਰ ਨੇ ਭੇਜਿਆ ਸੀ ਗਾਂਧੀ ਨੂੰ ਲੀਡਰ ਬਣਾਉਣ ਲਈ। ਕਿਸ ਤਰੀਕੇ ਨਾਲ ਉਹਨਾਂ ਨੇ ਉਭਾਰ ਪੈਦਾ ਕਰਕੇ ਗਾਂਧੀ ਨੂੰ ਸਥਾਪਿਤ ਕੀਤਾ ਸੀਗਾ, ਕਿਉਂਕਿ ਉਹ ਆਪਣੀ ਪ੍ਰਲੋਂਗ ਕਰਨਾ ਚਾਹੁੰਦੇ ਸੀਗੇ। ਇਸੇ ਤਰ੍ਹਾਂ ਹੀ ਜਿਹੜੀ ਮੋਦੀ ਦਾ ਉਭਾਰ ਹੋਇਆ, ਉਹ ਕੋਈ ਚਾਣਚੱਕ ਵਰਤਾਰਾ ਨਹੀਂ ਸੀਗਾ ਕਿ ਲੋਕਾਂ ਨੂੰ ਇੱਕਦਮ ਉਹਨਾਂ ਦੀਆਂ ਨੀਤੀਆਂ ਪਸੰਦ ਆ ਗਈਆਂ। ਉਹਦੇ ਪਿੱਛੇ ਬਹੁਤ ਆਜ਼ਾਦੀ ਅੰਦੋਲਨ ਤੋਂ ਬਾਅਦ ਜਦੋਂ ਦੀ ਹਿੰਦੂ ਮਹਾਸਭਾ ਬਣੀ, ਉਹਨਾਂ ਦੀ ਇੱਕ ਸੋਚ ਦੀ ਲੰਬੀ ਪ੍ਰਕਿਰਿਆ ਸੀਗੀ ਜਿਹੜੀ ਨਾਗਪੁਰ ਦੇ ਥਰੂ ਹੁੰਦੀ ਇੱਥੇ ਪਹੁੰਚੀ। ਉਭਾਰ ਜਿਹੜਾ ਵਾ ਉਹ ਹੋਇਆ ਨਹੀਂ, ਉਭਾਰ ਕੀਤਾ ਗਿਆ ਸੀਗਾ। ਤੇ ਉਹਦੇ ਲਈ ਅੰਨਾ ਹਜ਼ਾਰੇ ਦਾ ਅੰਦੋਲਨ ਇੱਕ ਗਿਣੀ ਮਿਥੀ ਸਾਜ਼ਿਸ਼ ਜਿਹੜੀ ਸੀਗੀ, ਉਹਨੇ ਉਹ ਚੀਜ਼ ਜਿਹੜੀ ਮੱਧ ਵਰਗ 'ਚ ਪੈਦਾ ਕਰ ਦਿੱਤੀ ਸੀਗੀ ਕਿ ਸ਼ਾਇਦ ਇਹ ਕੋਈ ਡੈਮੋਕ੍ਰੈਟਿਕ ਲੜਾਈ ਲੜੀ ਜਾ ਰਹੀ। ਉਹ 'ਚੋਂ ਬਹੁਤ ਕੁਝ ਸਾਡੇ ਸਾਹਮਣੇ ਆਇਆ। ਅਸੀਂ ਅੱਗੇ ਆਉਂਦੀ ਰਹਿੰਦੀ ਜ਼ਿੰਦਗੀ ਸਾਰੀਆਂ ਚੀਜ਼ਾਂ ਵਰਤਾਰੇ ਵੇਖਾਂਗੇ, ਉਹਨਾਂ ਦੇ ਉੱਤੇ ਡਿਸਕਸ ਵੀ ਕਰਦੇ ਰਵਾਂਗੇ। ਪਰ ਮੇਰਾ ਮੁੱਦਾ ਸਿਰਫ ਇੰਨਾ ਆ ਕਿ ਇਹ ਲੀਡਰ ਕੋਈ ਆਪਣੇ ਆਪ ਕ੍ਰਿਸ਼ਮਾ ਕਰਕੇ, ਕੋਈ ਲੋਕਾਂ 'ਚ ਵਿਚਰ ਕੇ ਜਾਂ ਕੋਈ ਕੰਮ ਕਰਕੇ ਉਭਾਰ ਨਹੀਂ ਸੀ ਹੋਇਆ। ਉਭਾਰ ਪੈਦਾ ਕਰਨ ਲਈ ਪਿੱਛੇ ਇੱਕ ਵੱਡੀ ਫੋਰਸ ਸੀ ਜਿਹੜੀ ਲਗਾਤਾਰ ਇਹ ਚਾਹ ਰਹੀ ਸੀ। ਪਹਿਲਾਂ ਉਹਨਾਂ ਨੇ ਅਡਵਾਨੀ ਨੂੰ ਚੈੱਕ ਕੀਤਾ, ਮੁਰਲੀ ਮਨੋਹਰ ਜੋਸ਼ੀ ਨੂੰ ਚੈੱਕ ਕੀਤਾ, ਉਹਨਾਂ ਨੂੰ ਇਸ ਬੰਦੇ 'ਚੋਂ ਖਾਸੀਅਤ ਲੱਭੀ ਜਿਹਦੇ ਕਰਕੇ ਉਹਨਾਂ ਨੇ ਇੱਕ ਵਿਅਕਤੀ ਵਿਸ਼ੇਸ਼ ਨੂੰ ਉਭਾਰ ਕੇ ਲਿਆ ਕੇ ਖੜਾ ਕਰਕੇ ਸਾਡਾ ਪ੍ਰਧਾਨ ਮੰਤਰੀ ਸਥਾਪਿਤ ਕਰ ਦਿੱਤਾ। ਮੈਂ ਇਹ ਕਹਿਣਾ ਚਾਹੁੰਦਾ ਇੱਥੇ। ਗਿੱਲ ਸਾਹਿਬ, ਤੁਹਾਡਾ ਜਿਹੜਾ ਨਾ ਵਰਤਾਂਤ ਹੈ, ਇਹ ਤਾਂ ਫਿਰ ਆਰਐਸਐਸ ਜੇ ਉਭਾਰ ਲਿਆ ਸਕਦੀ ਤਾਂ ਉਹ ਤਾਂ ਜਦੋਂ ਮਰਜ਼ੀ ਲਿਆ ਸਕਦੀ ਹੈ ਜੇ ਆਰਐਸਐਸ ਦੇ ਵੱਸ ਹੈਗਾ। ਇਹ ਤਾਂ ਇੱਕ ਇਸ ਤਰ੍ਹਾਂ ਦੇ ਮੁੱਦੇ ਨਹੀਂ, ਮੈਂ ਕਹਿ ਰਿਹਾ ਲੰਬੀ ਜਦੋਜਹਿਦ 47 ਤੋਂ ਲੈ ਕੇ ਹੁਣ ਤੱਕ ਜਿੰਨਾ ਆਰਐਸਐਸ ਦਾ ਨੈਗੇਟਿਵ ਰੋਲ ਸੀਗਾ, ਉਹਦੇ ਚੋਂ ਬਾਹਰ ਨਿਕਲਦਿਆਂ ਇੱਕ ਸਟੇਜ ਤੇ ਲੈ ਕੇ ਆਉਣਾ, 2 ਸੀਟਾਂ ਤੋਂ 302 ਸੀਟਾਂ ਲੈ ਕੇ ਜਾਣੀਆਂ, ਇਹ ਸਾਰਾ ਕੁਝ ਜਿਹੜਾ ਸੀਗਾ ਇਹ ਗੇਮ ਪਲਾਨ ਦਾ ਹਿੱਸਾ ਸੀਗਾ। ਇਹ ਮੈਂ ਤੁਹਾਡੇ ਨਾਲ ਐਗਰੀ ਕਰ ਲੈਂਦਾ ਥੋੜਾ ਬਹੁਤਾ, ਪਰ ਗੱਲ ਸੁਣੋ, ਇਹ ਉਭਾਰ ਦਾ ਕਾਰਨ ਇਹ ਕਾਂਗਰਸ ਵੀ ਹੈ। ਕਾਂਗਰਸ ਨੇ ਇੰਨੀਆਂ ਵੱਡੀਆਂ ਗਲਤੀਆਂ ਕੀਤੀਆਂ, ਇੰਨਾ ਵੱਡਾ ਨੁਕਸਾਨ ਪਹੁੰਚਾਇਆ, ਇੰਨੀ ਕਰਪਸ਼ਨ ਹੋ ਗਈ ਸੀ ਏਸ਼ੀਆਡ ਵੇਲੇ, ਕੋਈ ਸ਼ੱਕ ਤੱਕ ਲੈ ਗਈ, ਕੋਈ ਸ਼ੱਕ ਨਹੀਂ। ਐਂਟੀ ਇਨਕੰਬੈਂਸੀ ਦੇ ਵਿੱਚੋਂ ਇਹ ਉਭਾਰ ਨਿਕਲਦਾ ਹੈ, ਉਹਦੇ ਵਿੱਚੋਂ ਹੀ ਮੋਦੀ ਸਾਹਿਬ ਨਿਕਲਦੇ, ਉਹਦੇ ਵਿੱਚੋਂ ਆਉਂਦੇ ਆ। ਇਹ ਨਹੀਂ ਆਰਐਸਐਸ ਦੇ ਹੱਥ ਵਿੱਚ ਹੈ। ਇਹ ਦੇਸ਼ 150 ਕਰੋੜ ਆਬਾਦੀ ਦਾ ਦੇਸ਼ ਹੈ। ਇਹ ਜ਼ਰੂਰੀ ਨਹੀਂ, ਇਹ ਤਾਂ ਹੁਣ ਆਪਾਂ ਤਾਂ 2% ਹੀ 2% ਨੇ, ਉਹ ਵੇਖੋ ਕੀ ਕਰਕੇ ਰੱਖ ਦਿੱਤਾ। ਇਹ ਜ਼ਰੂਰੀ ਨਹੀਂ ਇਹ ਉਭਾਰ ਕੰਟੀਨਿਊ ਰਹੂਗਾ, ਕਾਇਮ ਰਹੂਗਾ। ਪਰ ਜਿਹੜੀ ਉਹਦੀ ਰਿਟ ਕਾਇਮ ਕੀਤੀ ਹੋਈ ਸੀ ਨਾ ਪਿੱਛੇ ਤੱਕ, ਜਿਹੜੀ ਉਹਦੇ 'ਚ ਪਾਵਰ ਟੂ ਇਨਫੋਰਸ ਸੀਗੀ, ਉਹਦੀ ਹਰ ਗੱਲ ਕਾਨੂੰਨ ਸੀ, ਹਰ ਲਾਗੂ ਹੁੰਦੀ ਸੀਗੀ। ਕੋਈ ਉਹਦੇ ਵੱਲ ਝਾਕਦਾ ਨਹੀਂ, ਕੰਬਦੇ ਸੀ, ਡਰਦੇ ਸੀ। ਕੋਈ ਸਹਾਫੀ ਤੁਹਾਡੇ ਵਰਗਾ ਬੋਲ ਨਹੀਂ ਸਕਦਾ ਸੀਗਾ, ਵਿਰੋਧ ਨਹੀਂ ਕਰ ਸਕਦਾ ਸੀਗਾ। ਉਹ ਸਾਰੀ ਉਹ ਰਿਟ ਜਿਹੜੇ ਇੱਥੇ ਆ ਕੇ ਇਸ ਮੋਰਚੇ ਨੇ ਉਹ ਰਿਟ ਲੋਸਟ ਹੋ ਗਈ ਹੈ ਮੇਰੇ ਸਾਹਮਣੇ ਜੀ। ਮੈਂ ਕਿਹਾ ਜਿੰਨੇ ਚੈਲੰਜ ਹੁਣ ਮੈਂ ਹਾਂਜੀ ਤੁਸੀਂ ਭੁੱਲ ਜਾਓ ਵੀ ਇੱਥੇ ਕੋਈ ਵੀ ਬੰਦਾ ਇੱਥੋਂ ਦਾ ਕਿੰਗ ਬਣ ਸਕਦਾ ਜੀ। ਕਿੰਗ ਦੀ ਰਿਟ ਹੁੰਦੀ ਹੈ, ਬਿਲਕੁਲ ਠੀਕ, ਕਿੰਗ ਦੀ ਰਿਟ ਹੁੰਦੀ ਹੈ। ਕਿੰਗ ਜੋ ਮਰਜ਼ੀ ਕਰ ਸਕਦਾ। ਕਿੰਗ ਦਾ ਆਰਡਰ, ਸ਼ਬਦ, ਕਾਨੂੰਨ ਹੁੰਦੇ ਆ। ਇਹ ਉੱਥੋਂ ਤੱਕ ਸਾਡੇ ਮੋਦੀ ਸਾਹਿਬ ਜੀ ਉੱਥੋਂ ਤੱਕ ਐਸੀ ਹੈਸੀਅਤ ਹਾਸਲ ਕਰ ਗਏ ਸੀਗੇ, ਪਰ ਇਸ ਮੋਰਚੇ ਨੇ ਉਹ ਜਿਹੜੀ ਰਿਟ ਖਤਮ ਕਰ ਦਿੱਤੀ, ਉਹ ਕਾਇਮ ਨਹੀਂ ਰਹਿਣ ਦਿੱਤੀ।
ਇਸ ਵੇਲੇ ਤਾਂ ਇਹ ਹੈ ਤੇ ਹੈ ਵੀ ਐਵੇਂ ਹੀ। ਤੇ ਇਹ ਜਿੱਦਾਂ ਬਾਕੀ ਗੱਲ ਆਪਾਂ ਕਰਦੇ ਵੀ ਕਿਸਾਨੀ ਲੀਡਰਸ਼ਿਪ ਦੀ ਕਿਆਦਤ ਸੀ ਜਿਹੜੀ, ਉਹਦੀ ਖੂਬਸੂਰਤੀ ਦੀ ਗੱਲ ਕਰਦੇ ਸੀਗੇ। ਦੇਖੋ ਕਮਾਲ ਇਹ ਸੀ ਵੀ ਉਹ ਜਿਹੜੇ 31-32 ਯੂਨੀਅਨ ਸੀਗਾ, ਉਹ ਅਸੀਂ ਇੱਕ ਵੀ ਬੰਦਾ ਅਸੀਂ ਕਹਿ ਨਹੀਂ ਸਕਦੇ ਉਹ ਮਾੜਾ ਸੀਗਾ। ਹਰ ਨੂੰ ਫਿਕਰ ਸੀਗਾ, ਉਹ ਹਰ ਲੀਡਰ ਨੂੰ ਇਹ ਫਿਕਰ ਸੀਗਾ ਵੀ ਅਸੀਂ ਬਦਨਾਮੀ ਨਾ ਖੱਟੀਏ ਅਸੀਂ। ਤੇ ਉਹਨਾਂ ਦੇ ਐਡੇ ਵਿਜ਼ਨਰੀ ਬੰਦੇ, ਮੈਂ ਕਹਿੰਦਾ ਐਕਸਪਰਟ ਬੰਦੇ, ਉਹਨਾਂ ਦੇ ਐਡਵਾਈਜ਼ਰ ਵੀ ਅੱਛੇ ਹੋਣਗੇ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਦੇ ਉਹਨੂੰ ਮੱਦੇ ਨਜ਼ਰ ਰੱਖ ਕੇ ਆਪਦੇ ਸੰਘਰਸ਼ ਨੂੰ ਅੱਗੇ ਤੋਰਿਆ ਜੀ। ਅੱਛਾ ਗੱਜਣਵਾਲਾ ਜੀ, ਹੁਣ ਤੁਹਾਡੀ ਇੱਕ ਗੱਲ ਚੋਂ ਇੱਕ ਗੱਲ ਹੋਰ ਪੁੱਛ ਲਵਾਂ, ਤੁਸੀਂ ਪੁਆਇੰਟ ਆਪਣੇ ਫਿਰ ਇਕੱਲੇ ਕਰਕੇ ਮੈਨੂੰ ਦੱਸੋ, ਮੈਂ ਤੁਹਾਡੇ ਸਾਰੇ ਕਰਨੇ ਚਾਹੁੰਦਾ, ਪਰ ਕਿਉਂਕਿ ਗੱਲਾਂ ਚੋਂ ਗੱਲ ਜਦੋਂ ਨਿਕਲਦੀ ਆ ਫਿਰ ਉੱਤੇ ਚੰਗਾ ਵੀ ਲੱਗਦਾ ਵੀ ਇੱਥੇ ਵੀ ਕਲੈਰੀਫਿਕੇਸ਼ਨ ਹੋ ਜੇ। ਤੁਸੀਂ ਇੱਕ ਸ਼ਬਦ ਇਹ ਵੀ ਕਿਹਾ ਸੀਗਾ ਕਿ ਮੋਦੀ ਨੇ ਸ਼ਬਦਾਂ ਤੇ ਪਹਿਰਾ ਦਿੱਤਾ ਤੇ ਉਹਦੇ ਤੇ ਅਮਲ ਹੋਏ, ਮਤਲਬ ਪਰ ਮੈਨੂੰ ਇਹ ਵਿਚਾਰ ਮੋਦੀ ਨੇ ਸ਼ਬਦਾਂ ਤੇ ਨਹੀਂ ਜੀ, ਮੋਦੀ ਦੇ ਸ਼ਬਦਾਂ ਬੋਲੇ ਹੋਏ ਸ਼ਬਦਾਂ ਉੱਪਰ ਅਮਲ ਹੋਇਆ ਹੈ। ਨਹੀਂ ਉਹ ਤੇ ਹੁਣ ਹੋਇਆ ਨਾ, ਜਦੋਂ ਉਹ ਇਹ ਲੀਡਰ ਦੇ ਤੌਰ ਤੇ ਉੱਭਰੇ ਤੇ ਕਿਹੜੇ ਐਸੇ ਉਹਨਾਂ ਦੇ ਸ਼ਬਦਾਵਲੀ ਜਾਂ ਕੋਈ ਐਸੀ ਚੀਜ਼ ਸੀਗੀ, ਹਾਲਾਂਕਿ ਉਹਨਾਂ ਦੇ ਜੁਮਲੇ ਬਥੇਰੇ ਸੀਗੇ, ਕਿ ਜਿਨ੍ਹਾਂ ਦੇ ਉੱਤੇ ਅਮਲ ਕਰਕੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਕਿ ਅਸੀਂ ਹੀ ਤੁਹਾਡੇ ਹੱਕ 'ਚ ਭੁਗਤ ਸਕਦੇ ਹਾਂ। ਤੇ ਜੇ ਵਾਕਿਆ ਹੀ ਇਦਾਂ ਦਾ ਕਿਸੇ ਦਾ ਇੱਕ ਕ੍ਰਿਸ਼ਮਾਈ ਸ਼ਖਸੀਅਤ ਹੋਵੇ ਵਿਅਕਤੀ, ਜਿੱਦਾਂ ਅਸੀਂ ਪੁਰਾਣੇ ਲੀਡਰਾਂ ਦੇ ਨਾਲ ਗਿਣਾ ਸਕਦੇ ਹਾਂ, ਰਜਿੰਦਰ ਪ੍ਰਸਾਦ ਰੀ ਭਾਰਤ ਦੇ ਰਾਸ਼ਟਰਪਤੀ, ਨਹਿਰੂ ਰੀ ਰਹੇ ਨੇ, ਚਲੋ ਇੰਦਰਾ ਗਾਂਧੀ ਦਾ ਦੌਰ ਜਿਹੜਾ ਉਹਦੇ ਅਸੀਂ ਬੁਰੇ ਨਤੀਜੇ ਵੇਖੇ ਨੇ, ਹੋਰ ਵੀ ਕੁਝ ਲੀਡਰ ਐਸੇ ਰਹੇ ਨੇ ਜਿਨ੍ਹਾਂ ਦੇ ਇੱਕ ਸ਼ਬਦ ਦੇ ਉੱਤੇ ਲੋਕ ਪਟੇਲ ਹੋਰਾਂ ਦਾ ਨਾਂ ਲਿਆ ਜਾ ਸਕਦਾ। ਈਵਨ ਗਾਂਧੀ ਜਿਹਨੂੰ ਅਸੀਂ ਬੜਾ ਨਿੰਦੇ, ਉਹਨਾਂ ਦੀਆਂ ਗੱਲਾਂ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਚੰਗੀਆਂ ਤੇ ਕਰ ਸਕਦੇ ਹਾਂ, ਪਰ ਇਸ ਵਿਅਕਤੀ ਤੇ ਇੰਨੀ ਬੇਵਿਸ਼ਵਾਸੀ ਕਿਉਂ ਕਿ ਉਹ ਆ ਕੇ ਮਾਫੀ ਵੀ ਮੰਗਦਾ, ਇਹ ਵੀ ਕਹਿੰਦਾ ਕਿ ਕਾਨੂੰਨ 29 ਤਰੀਕ ਨੂੰ ਅਸੀਂ ਲਿਆ ਕੇ ਵਾਪਸ ਲੈ ਲਿਆ ਤੇ ਕਾਨੂੰਨੀ ਪ੍ਰਕਿਰਿਆ ਵੀ ਕਰ ਦਾਂਗੇ। ਨਾ ਕਿਸਾਨ ਜਥੇਬੰਦੀਆਂ ਨੂੰ ਉਹਦੇ ਤੇ ਵਿਸ਼ਵਾਸ ਹੈ, ਨਾ ਆਮ ਲਕਾਈ ਨੂੰ ਵਿਸ਼ਵਾਸ ਹੈ, ਤੇ ਨਾਲ ਇੱਕ ਸ਼ਬਦਾਂ ਦੀ ਜੇ ਚੋਣ ਤੇ ਜਾਈਏ, ਉਹਨਾਂ ਨੇ ਸ਼ਬਦਾਂ ਦੀ ਚੋਣ ਇਹ ਕੀਤੀ ਕਿ ਕਰੋੜਾਂ ਹੀ ਕਿਸਾਨ ਸਾਡੇ ਨਾਲ ਸਹਿਮਤ ਸੀ, ਦੀਵੇ ਦੀ ਲੋ ਵਰਗੇ ਚਾਨਣ ਦਾ ਸੱਚ ਅਸੀਂ ਇੱਕ ਵਰਗ ਨੂੰ ਨਹੀਂ ਸਮਝਾ ਸਕੇ, ਸਾਡੀ ਤਪੱਸਿਆ 'ਚ ਕਿਤੇ ਕੋਈ ਕਮੀ ਰਹਿ ਗਈ ਕਿ ਅਸੀਂ ਉਹਨਾਂ ਨੂੰ ਨਹੀਂ ਸਮਝਾ ਸਕੇ ਕਿ ਇਹਦੇ ਵਿੱਚ ਤੁਹਾਡਾ ਮਤਲਬ ਲਾਭ ਹੋਣਾ ਸੀ, ਸੋ ਮੈਂ ਇਹ ਕਾਨੂੰਨ ਵਾਪਸ ਲੈਣਾ। ਫਿਰ ਉਹਨਾਂ ਇੱਕ ਸ਼ਬਦ ਵਰਤਿਆ, ਅਸੀਂ ਵਾਪਸ ਆਵਾਂਗੇ ਵਾਲਾ ਸ਼ਬਦ ਬੜਾ ਖਤਰਨਾਕ ਹੈ। ਕਿਹੜੇ ਰੂਪ 'ਚ ਆਵਾਂਗੇ, ਕਦੋਂ ਆਵਾਂਗੇ, ਕਿਵੇਂ ਆਵਾਂਗੇ, ਇਹ ਸੋਚਣ ਵਾਲੀਆਂ ਗੱਲਾਂ ਨੇ। ਜਿੱਥੇ ਇੱਕ ਪਾਸੇ ਵਾਪਸ ਆਉਣ ਵਾਲਿਆਂ ਨੂੰ ਮੁੜ ਤਾਕਤ ਨਾਲ ਆਉਣ ਦੀ ਜਿਹੜੀ ਹੈ ਸੰਭਾਵਨਾ ਆ, ਦੂਜੇ ਪਾਸੇ ਜਿਨ੍ਹਾਂ ਨੇ ਇਹ ਸਾਰੇ ਵਾਰ ਸਹਿ ਤੇ ਜਿੱਤ ਪ੍ਰਾਪਤ ਕੀਤੀ, ਉਹਨਾਂ ਨੂੰ ਵੀ ਨਵੇਂ ਢੰਗ ਨਾਲ ਉਸ ਵਾਪਸ ਆਉਣ ਵਾਲਿਆਂ ਦਾ ਮੁਕਾਬਲਾ ਕਰਨ ਲਈ ਹੁਣ ਤੋਂ ਹੀ ਕਮਰ ਕੱਸੇ ਕਰਨੇ ਪੈਣਗੇ। ਇਹ ਗੱਲ ਬੜੀ ਉੱਭਰ ਕੇ ਆ ਰਹੀ ਹੈ। ਉਹ ਗੱਲ ਸਾਹਿਬ ਮੈਨੂੰ ਲੱਗਦਾ ਤੁਹਾਨੂੰ ਭੁਲੇਖਾ ਜਿਹਾ ਲੱਗਦਾ, ਉਹ ਵਾਪਸ ਆਵਾਂਗੇ ਕੋਈ ਇਹੋ ਜਿਹਾ ਸ਼ਬਦ ਨਹੀਂ ਸੀਗਾ। ਉਹ ਤਾਂ ਇਹ ਸੀ ਵੀ ਅਸੀਂ ਅੱਗੇ ਤੋਂ ਜਿਹੜੀ ਗੱਲ ਕਰਾਂਗੇ ਵੀ ਅਸੀਂ ਰਲ ਕੇ ਬੈਠ ਕੇ ਮੀਟ ਕੇ ਵਿਚਾਰ ਕਰਕੇ ਅੱਗੇ ਕੋਈ ਚੀਜ਼ ਲਿਆਵਾਂਗੇ। ਉਹਨਾਂ ਦਾ ਭਾਵ ਇਸ ਤਰ੍ਹਾਂ ਵਾਪਸ ਆਵਾਂਗੇ ਕਹਿਣ ਦਾ ਭਾਵ ਸੀਗਾ। ਬਾਕੀ ਰਹੀ ਗੱਲ ਵੀ ਜਿਹੜਾ ਤੁਸੀਂ ਕਹਿੰਦੇ ਵੀ ਉਹ ਵਿਸ਼ਵਾਸ ਹੈ, ਇੱਕ ਗੱਲ ਸੁਣ ਲਓ ਧਿਆਨ ਨਾਲ, ਹੁਣ ਮੈਂ ਲਾਸਟ ਵਿੱਚ ਹੀ ਇਹ ਲਾਸਟ ਹੀ ਆਪਣਾ ਹੋਊਗਾ ਜਿਹੜਾ 2-4 ਮਿੰਟ, ਜਿਹੜਾ ਮੋਦੀ ਸਾਹਿਬ ਉੱਥੇ 3 ਬਿੱਲਾਂ ਨੂੰ ਰੱਦ ਕਰਨ ਦੀ ਰੀਅਪੀਲ ਕਰਨ ਦੀ ਗੱਲ ਕਹਿ ਗਿਆ, ਉਹਦੇ ਉੱਤੇ ਸਾਡੇ ਸਾਰੇ ਸੰਘਰਸ਼ ਨੇ ਮੋਹਰ ਲਾ ਦਿੱਤੀ, ਉਹ ਵਰਲਡ ਨੇ ਮੋਹਰ ਲਾ ਦਿੱਤੀ ਆ। ਹੁਣ ਇਹ ਕਹਿੰਦੇ ਵੀ ਇਹ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਇਹ ਭੁੱਲ ਜਿਓ, ਇਹ ਤਾਂ ਭਰੋਸੇ ਮਹਾਰਾਜ ਜੋ ਬਿੱਲ ਦਾ ਉਦੋਂ ਹੀ ਬੰਦ ਹੋ ਗਏ ਸੀ ਜਿੱਦੇ ਦਿੱਲੀ ਦੇ ਬਾਰਡਰ ਦੇ ਉੱਤੇ ਮੋਰਚੇ ਡਟ ਗਏ ਸੀ, ਉਦੋਂ ਹੀ ਬਿੱਲ ਤਾਂ ਮੁੱਕ ਗਏ ਸੀਗੇ। ਇਹ ਤਾਂ ਹੁਣ ਤੁਸੀਂ ਐਵੇਂ ਕੋਈ ਵਿਸ਼ਵਾਸ ਨਹੀਂ ਗਾ, ਇਹ ਤੁਹਾਡਾ ਸਵਾਲ ਹੈ, ਤੁਹਾਨੂੰ ਥੋੜਾ ਬਦਲ ਕੇ ਕਰਨਾ ਚਾਹੀਦਾ। ਵਿਸ਼ਵਾਸ ਕੀ, ਇਹ ਤਾਂ ਹੁਣ ਸਾਨੂੰ ਪਤਾ ਹੈ ਵੀ ਹੁਣ ਸਾਡੇ ਬੰਦਾ ਅਜੇ ਕੰਮ ਹੋਰ ਬਹੁਤ ਕਰਨ ਵਾਲੇ ਆ ਨਾ, ਇਹ ਤਾਂ ਬਿੱਲ ਤਾਂ ਹੈਗੇ ਆ, ਉਹ ਤਾਂ ਅੱਜ ਵੀ ਫੈਸਲੇ 'ਚ ਕਹਿਤਾ ਵੀ ਦੇਰ ਆਏ ਅਸੀਂ ਉਹਨਾਂ ਦਾ ਪਰ ਦਰੁਸਤ ਆਏ, ਇਹਦਾ ਮਤਲਬ ਮੰਨ ਹੀ ਲਿਆ ਵੀ ਹਾਂ ਨਹੀਂ ਸਵਾਗਤ ਵੇਖੋ ਚੰਗਾ ਹੋਇਆ ਤਾਂ ਸਵਾਗਤ ਕਰਨਾ ਬਣਦਾ ਆ, ਪਰ ਜਿਹੜੀ ਕੀਤਾ ਵੀ ਹਾਂ ਅਸੀਂ ਕੀਤਾ ਦੇ ਦਰੁਸਤ ਆਏ, ਪਰ 2-4 ਗੱਲਾਂ ਹੋਰ ਵੀ ਹੈ। ਜਿਹੜੀ ਬੇਵਿਸ਼ਵਾਸੀ ਦਾ ਮਾਹੌਲ, ਜਿਹੜੀ MSP ਦਾ ਕੰਮ ਪਿਆ ਹੈ, ਬਿਜਲੀ ਦਾ ਹੈਗਾ, ਪੁਰਾਣੀਆਂ ਦੀਆਂ ਅੱਗਾਂ ਚੱਗਾਂ ਨੇ ਉਹ ਲਾਏ ਸੀਗੇ ਇਹਨਾਂ ਨੇ, ਉਹ ਕਈ ਕੁਝ ਜਿਹਾ ਹੈ ਸੀ ਵਿੱਚ, ਉਹ ਵੀ ਥੋੜਾ ਜਿਹਾ ਕਰਨ ਵਾਲਾ ਪਿਆ ਹੈਗਾ, ਮਤਲਬ ਹੋਮਵਰਕ। ਹਾਂ ਥੋੜਾ ਨਹੀਂ, ਬਹੁਤ ਸਾਰਾ ਕੰਮ, ਬਹੁਤ ਸਾਰਾ ਕੱਲ ਉਹਨਾਂ ਦੇ ਪਾਰਟ ਵੇਖੋ ਪਿਆ ਇਸ ਵਾਸਤੇ। ਪਰ
ਪਰ ਇਹ ਗੱਲ ਜਿਹੜੀ ਇਹ ਸਾਬਤ ਹੋ ਗਈ ਆ, ਵਰਲਡ ਦਾ ਜਿਹੜਾ ਹੈਗਾ ਪ੍ਰੈਸ ਆ ਉਹਦੀਆਂ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ ਬਈ ਚੀਫ ਐਗਜ਼ੈਕਟਿਵ ਆਫ ਇੰਡੀਆ ਨੂੰ ਆਪਦੇ ਯੂ ਟਰਨ ਲੈਣੀ ਪਈ ਹੈ ਵਾਪਸ। ਹਾਂ ਬਿਲਕੁਲ ਬਿਲਕੁਲ। ਅੱਛਾ ਗੱਜਣਵਾਲਾ ਜੀ, ਮੇਰਾ ਭਾਵ ਇਹ ਨਹੀਂਗਾ ਕਿ ਉਹ ਹੁਣ ਜੇ ਕਹਿ ਕੇ ਗਏ ਤੇ ਬਿੱਲ ਵਾਪਸ ਨਹੀਂ ਕਰਨਗੇ। ਬੇਵਿਸ਼ਵਾਸੀ ਮਤਲਬ ਇਹ ਕਿ ਪ੍ਰਾਈਮ ਮਿਨਿਸਟਰ ਦਾ ਅਹੁਦਾ ਇੰਨਾ ਵੱਡਾ ਅਹੁਦਾ ਹੁੰਦਾ ਵਾ, ਪੂਰੇ ਭਾਰਤ ਨੂੰ ਲੀਡ ਕਰ ਰਿਹਾ, ਔਰ ਭਾਰਤ ਇੱਕ ਸ਼ਕਤੀਸ਼ਾਲੀ ਮੁਲਕ ਆ ਜਿਹੜਾ ਦੁਨੀਆ ਭਰ 'ਚ ਉਹਨੂੰ ਲੋਕ ਜਿਹੜੇ ਆ ਉਹ ਇਸ ਵੇਲੇ ਫਾਲੋ ਕਰ ਰਹੇ ਸੀ। ਕਿਸਾਨ ਮੂਵਮੈਂਟ ਨੂੰ ਵੀ ਬਹੁਤ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਸੀ ਨਾ ਅਮਰੀਕਾ ਵਰਗੇ, ਜਿਨ੍ਹਾਂ ਨੂੰ ਪੜ੍ਹਾ ਕੇ ਪ੍ਰੋਫੈਸਰ ਮੋਹਨ ਸਿੰਘ ਰੀ, ਜਿਹੜੇ ਪ੍ਰੋਫੈਸਰ ਮਨਮੋਹਨ ਸਿੰਘ ਨਾਲ ਤੋਂ ਵੀ ਵੱਡੀ ਉਮਰ ਦੇ, ਉਹ ਵੀ ਕਿਸਾਨ ਅੰਦੋਲਨ ਨੂੰ ਬੜੀ ਬਰੀਕੀ ਨਾਲ ਵੇਖ ਰਹੇ ਸੀ ਕਿ ਜੋ ਅਸੀਂ ਕਹਿੰਦੇ ਰਹੇ ਉਸ ਵਰਤਾਰੇ ਤੋਂ ਉਲਟ ਵੀ ਇੱਕ ਚੀਜ਼ ਹੋ ਸਕਦੀ ਆ। ਔਰ ਉਹਨਾਂ ਲੋਕਾਂ ਨੇ ਵੀ ਨਵੇਂ ਦੇ ਸੱਦੇ ਸਿਰਜਣ ਵਾਲੀ ਗੱਲ ਕਹੀ ਆ ਬਾਰ-ਬਾਰ। ਔਰ ਬੇਵਿਸ਼ਵਾਸੀ ਇਸ ਗੱਲ ਦੀ ਨਹੀਂ ਕਿ ਕਾਨੂੰਨ ਵਾਪਸ ਨਹੀਂ ਹੋਣੇ, ਬੇਵਿਸ਼ਵਾਸੀ ਬੇਪ੍ਰਤੀਤੀ ਇਹ ਕਿ ਉਹਨਾਂ ਦੀ ਵਿਚਾਰਧਾਰਕ ਜਿਹੜੀ ਸਾਡੇ ਨਾਲ ਪਾੜਾ ਆ, ਇੱਕ ਆਮ ਲੋਕਾਂ ਦਾ ਜਿਹੜਾ ਵਿਚਾਰਧਾਰਕ ਪਾੜਾ ਆ, ਇੱਕ ਆਮ ਡੈਮੋਕ੍ਰੈਟਿਕ ਸੋਚ ਰੱਖਣ ਵਾਲੇ ਲੋਕਾਂ ਦਾ ਜਿਹੜਾ ਇੱਕ ਪਾੜਾ ਆ, ਉਹਨਾਂ ਤਾਕਤਾਂ ਦੇ ਨਾਲ ਜਿਹੜੀਆਂ ਧਾਰਮਿਕ ਅਕੀਦੇ ਨੂੰ ਬੇਸ ਮੰਨ ਕੇ ਹਿੰਦੁਸਤਾਨ ਨੂੰ ਜਾਂ ਤੇ ਹਿੰਦੂਵਾਦੀ ਰਾਸ਼ਟਰ ਬਣਾਉਣਾ ਚਾਹੁੰਦੀਆਂ ਨੇ, ਜਾਂ ਬਾਕੀਆਂ ਨੂੰ ਦਬਾ ਕੇ ਆਪਣੀ ਲਾਤੇ ਰੱਖ ਕੇ ਉਹਨਾਂ ਨੂੰ ਦੂਜੇ ਤੀਜੇ ਦਰਜੇ ਦੇ ਸ਼ਹਿਰੀ ਦਰਸਾਉਣਾ ਚਾਹੁੰਦੀਆਂ ਨੇ। ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦੀ ਜਿਹੜੀ ਸਾਡੀ ਬੇਵਿਸ਼ਵਾਸੀ ਬਣੀ ਹੋਈ ਆ ਲਗਾਤਾਰ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸ਼ਹੀਨਬਾਗ ਵਾਲਾ ਘੋਲ, J&K 'ਚ ਜੋ ਹੋਇਆ, ਨਹੀਂ ਉੱਠ ਸਕੀਆਂ ਅੰਦੋਲਨ, ਉਹ ਨਹੀਂ ਉੱਠ ਸਕੇ, ਪਰ ਅੰਦਰੋਂ ਤੇ ਆਪਾਂ ਸਾਰੇ ਮਹਿਸੂਸ ਕਰਦੇ ਆ ਨਾ ਕਿ ਉਹ ਕਿਤੇ ਨਾ ਕਿਤੇ ਗਲਤ ਜਿਹੜੇ ਆ ਉਹ ਸਟੈਪ ਲੈ ਗਏ ਸੀਗੇ ਔਰ ਗਲਤ ਵਿਚਾਰਧਾਰਾ ਤਹਿਤ ਲੈ ਗਏ ਸੀਗੇ। ਉਹ ਜਿਹੜੀ ਫਾਸ਼ੀਵਾਦੀ ਵਿਚਾਰਧਾਰਾ ਆ, ਜਿਹੜੀ ਲਗਾਤਾਰ ਜਿਹਦੇ ਨਾਲ ਸਾਡੀ ਸਾਰਿਆਂ ਦੀ ਲੜਾਈ ਆ, ਬੰਗਾਲ 'ਚ ਬੈਠੀ ਮਮਤਾ ਦੀ ਲੜਾਈ ਆ, ਮਿਜ਼ੋਰਮ 'ਚ ਬੈਠੇ ਲੋਕਾਂ ਦੀ ਲੜਾਈ ਆ, ਜਿਹੜੀਆਂ ਸਾਡੀਆਂ ਨਾਰਥ ਈਸਟ ਵਾਲੀਆਂ ਸਾਰੀਆਂ ਸਟੇਟਾਂ ਉਹਨਾਂ ਦੀ ਲੜਾਈ ਆ, ਜੰਮੂ ਕਸ਼ਮੀਰ ਦੀ ਲੜਾਈ ਆ, ਸਾਡੀ ਪੰਜਾਬੀਆਂ ਦੀ ਲੜਾਈ ਆ, ਜਿਹੜੀ ਹੱਕਾਂ ਦੀ ਲੜਾਈ ਲੜ ਰਹੇ ਨੇ ਲੋਕ ਜਿੱਥੇ ਜਿੱਥੇ ਬੈਠੇ ਵੀ, ਉਹਨਾਂ ਨੂੰ ਉਹ ਵਿਚਾਰਧਾਰਾ ਜਿਹੜੀ ਆ ਉਹਦੇ ਨਾਲ ਜੂਝਣ ਲਈ ਕਮਰ ਕੱਸੇ ਕਰਦੇ ਰਹਿਣਾ ਪਏਗਾ। ਮੈਂ ਇਹ ਗੱਲ ਕਹਿ ਰਿਹਾ ਤੁਹਾਨੂੰ। ਨਹੀਂ, ਉਹ ਤੁਸੀਂ ਜਿਹੜੀ ਵਿਸ਼ਵਾਸ ਦੀ ਗੱਲ ਕਹੀ ਹੈ ਨਾ, ਉਹ ਇਹ ਚੀਫ ਐਗਜ਼ੈਕਟਿਵ ਆਫ ਇੰਡੀਆ ਹੈ, ਉਹ ਬਹੁਤ ਹੀ ਪਰਫੈਕਟ ਪੋਲੀਟੀਸ਼ੀਅਨ ਹੈ। ਉਹਨੇ ਬਹੁਤ ਕੁਝ ਹੰਡਾਇਆ। ਉਹਨੂੰ ਪਤਾ ਵੀ ਮੇਰੇ ਮੂੰਹ ਚੋਂ ਨਿਕਲੇ ਸ਼ਬਦ ਦਾ ਜੇ ਮੈਂ ਉੱਤੇ ਅਮਲ ਨਾ ਹੋਊਗਾ ਤਾਂ ਮੈਂ ਬਦਨਾਮੀ ਦਾ ਪਾਤਰ ਬਣੂੰਗਾ। ਉਹ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਵੀ ਜਿਹੜਾ ਉਹਨੇ। ਮੈਂ ਫੇਰ ਦੁਹਰਾ ਰਿਹਾ ਸਰ, ਮੈਂ ਫੇਰ ਦੁਹਰਾ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਉਹਨਾਂ ਕਿਹਾ ਉਹ ਵਾਪਸ ਨਹੀਂ ਹੋਣਗੇ। ਬੇਵਿਸ਼ਵਾਸੀ ਉਹਨਾਂ ਦੀ ਵਿਚਾਰਧਾਰਾ ਤੇ ਬੇਵਿਸ਼ਵਾਸੀ ਜਿਹੜੀ ਸਾਡੀ ਬਣੀ ਹੋਈ ਆ, ਮੈਂ ਉਹਦੀ ਗੱਲ ਕਰ ਰਿਹਾ। ਵਿਚਾਰਧਾਰਾ ਨਹੀਂ, ਉਹ ਤਾਂ ਸਾਨੂੰ ਪਤਾ ਵੀ ਅੱਜ ਕੱਲ੍ਹ ਇਹ ਗੱਲ ਪੂਰੀ ਤਰ੍ਹਾਂ ਡਿਵੈਲਪ ਹੋ ਚੁੱਕੀ ਹੈ ਵੀ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਬਹੁਤ ਜਿੱਦੀ ਹੈ, ਕਿਉਂਕਿ ਸਾਰਾ ਹਿੰਦੁਸਤਾਨ ਹੀ ਕਹਿੰਦਾ ਵੀ ਬਹੁਤ ਜਿੱਦੀ ਹੈਗਾ। ਉਹ ਇੱਕ ਵਾਰ ਜੇ ਫੈਸਲਾ ਕਰ ਲੈ ਵਾਪਸ ਨਹੀਂ ਲੈਂਦਾ। ਉਹ ਬਹੁਤ ਅੜੀਅਲ ਹੈ, ਬਹੁਤ ਅੱਖੜ ਹੈ, ਹੱਠ ਧਰਮੀ ਹੈ, ਸਾਰਾ ਕੁਝ ਕਹੀ ਜਾਂਦੇ ਆ। ਪਰ ਗੱਲ ਇਹ ਹੈ, ਇਹ ਪੋਲੀਟਿਕਸ 'ਚ ਹੁੰਦਾ ਐਵੇਂ ਹੀ ਹੈ। ਪਰ ਆ ਵੇਖੋ ਹੁਣ ਤੁਹਾਡੇ ਸਾਹਮਣੇ ਵੇਖੋ, ਇਸੇ ਕਰਕੇ ਤਾਂ ਮੋਰਚੇ ਦੀ ਵੱਡੀ ਐਜੈਕਟ ਆ ਵੀ ਜਿਹੜੇ ਬੰਦੇ ਵਿੱਚ ਇੰਨੇ ਤੁਸੀਂ ਕਰੈਕਟਰ ਗਾਉਣੇ ਉਹਦੇ ਉੱਤੇ ਐਡਜੈਕਟਿਵ ਲਾ ਕੇ ਗੱਲ ਕਰਦੇ ਆ ਕਿ ਜੇ ਉਹ ਬੰਦਾ ਇੱਕ ਮਜਾਈਲ ਵਾਂਗੂ ਆਉਂਦਾ ਹੈ ਤੇ ਤਿੰਨ ਸ਼ਟਲ ਡਿਸੀਜਨ ਦਿੰਦਾ ਆ ਕੇ ਵੀ ਆਹ ਵੇਖੋ ਜੀ ਮੈਂ ਤਿੰਨੇ ਬਲ ਬੰਦ ਕੀਤੇ ਆ, ਇਹਦਾ ਮਤਲਬ ਤਾਂ ਹੈ ਨਾ ਤੁਸੀਂ, ਇਹਦਾ ਮਤਲਬ ਇਹੀ ਤਾਂ ਮੋਰਚੇ ਦੀ ਜਿੱਤ ਦੀ ਵੱਡੀ ਖੂਬਸੂਰਤੀ ਆ। ਅੱਛਾ, ਹੁਣ ਮੈਂ ਇੱਕ ਲਾਸਟ ਸਵਾਲ ਤੁਹਾਨੂੰ, ਹੁਣ ਮੈਂ ਲਾਈਟ ਮੂਡ 'ਚ ਆਪਾਂ ਗੱਲਾਂ ਕਰਦੇ ਹਾਂ ਲਾਈਟ ਮੂਡ 'ਚ, ਪਰ ਮੈਂ ਤੁਹਾਨੂੰ ਦੋ ਤਿੰਨ ਪੋਜ਼ਿਟਿਵ ਮੋਡ ਤੇ ਆਪਾਂ ਗੱਲਾਂ ਕਰਕੇ ਇਹਨੂੰ ਛੱਡਣਾ ਵਾ। ਉਹ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਟੈਨਸ਼ਨ ਨਾ ਲਿਆ ਕਰੋ, ਲਾਈਟ ਮੂਡ ਹੀ ਹੁੰਦਾ ਵਾ। ਆਪਾਂ ਜਦੋਂ ਵਿਚਾਰ ਭਿੜਦੇ ਆ ਤਾਂ ਉਹ 'ਚੋਂ ਗੱਲਾਂ ਨਿਕਲਦੀਆਂ ਨੇ। ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਸਾਰੇ ਵਿਚਾਰਾਂ ਨਾਲ ਸਹਿਮਤ ਹੋ ਤੇ ਮੈਂ ਵੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵਾਂ। ਚੰਗਾ ਲੱਗਦਾ ਹੈ ਜਦੋਂ ਆਪਾਂ ਦੇ ਵਿਚਾਰ ਜਦੋਂ ਆਪਾਂ ਵਿਪਰੀਤ ਦਿਸ਼ਾ 'ਚ ਗੱਲ ਵਿਪਰੀਤ ਦਿਸ਼ਾ 'ਚ ਵੀ ਗੱਲ ਕਰਦੇ ਹਾਂ। ਤੇ ਉਹਦੇ ਵਿੱਚ ਮੈਂ ਪਹਿਲਾਂ ਹੀ ਸ਼ਬਦ ਕਿਹਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ। ਮੈਂ ਤੁਹਾਡੇ ਕੋਲ ਬਹੁਤ ਕੁਝ ਸਿੱਖਦਾ ਹਰ ਹਫ਼ਤੇ। ਮੈਂ ਇੱਕ ਤੁਹਾਡੇ ਕੋਲ ਲਾਈਟਰ ਮੂਡ ਤੇ ਹੀ ਗੱਲ ਕਰਨੀ ਚਾਹ ਰਿਹਾ ਹਾਂ। ਉਹ ਇਹ ਕਿ ਮੰਨ ਲਓ ਕਿ ਹੋ ਗਿਆ, ਸਮਝੋ ਕਿ ਕਾਲੇ ਬਿੱਲ ਤੇ ਵਾਪਸ ਹੋ ਗਏ ਤਿੰਨੇ। ਇਸ ਤੋਂ ਬਾਅਦ MSP ਵਾਲਾ ਵੀ ਲਾ ਬਣ ਜਾਏਗਾ। ਇਸ ਤੋਂ ਬਾਅਦ ਜੇ ਕਿਸਾਨ ਮੰਗਾਂ ਹੋਰ ਵੀ ਜਿਹੜੀਆਂ ਹੋਈਆਂ ਉਹ ਵੀ ਪੂਰੀਆਂ ਹੋ ਜਾਣਗੀਆਂ। ਅੱਜ ਤੁਹਾਨੂੰ, ਮੈਨੂੰ, ਰਾਜੇਵਾਲ ਸਾਹਿਬ ਨੂੰ ਜਾਂ ਜਿਹੜਾ ਮਰਜ਼ੀ ਵੱਡੇ ਤੋਂ ਵੱਡਾ ਕਿਸਾਨ ਤੈਸ਼ੀ ਉਹਨੂੰ ਪ੍ਰਧਾਨ ਮੰਤਰੀ ਭਾਰਤ ਦਾ ਬਿਠਾ ਦਿੱਤਾ ਜਾਵੇ, ਕੀ ਉਹ ਸਾਰੇ ਹਿੰਦੁਸਤਾਨ 'ਚ MSP ਦੇ ਹਿਸਾਬ ਨਾਲ ਪ੍ਰੋਕਿਉਰਮੈਂਟ ਕਰ ਸਕੇਗਾ? ਉਹ ਸਾਰਾ ਅਨਾਜ ਚੁੱਕ ਸਕੇਗਾ? ਕੀ ਉਹ ਅਨਾਜ ਜਿਹੜਾ ਆ ਉਹਨੂੰ ਉਹ ਯੂਟੀਲਾਈਜ਼ ਕਰ ਸਕੇਗਾ?
ਕਿ ਸਾਨੂੰ ਹੁਣ ਇਸ ਸੰਘਰਸ਼ ਜਿੱਤਣ ਤੋਂ ਬਾਅਦ ਘੱਟੋ ਘੱਟ ਪੰਜਾਬ, ਹਰਿਆਣਾ ਤੇ ਯੂਪੀ ਦੇ ਇਸ ਖਿੱਤੇ ਦੇ ਕਿਸਾਨਾਂ ਨੂੰ, ਜਿਹੜੇ ਅਸੀਂ ਪੈਡੀ 'ਚ ਫਸੇ ਜਾਂ ਫਸਾਏ ਹੋਏ ਆ, ਸਾਨੂੰ ਕੋਈ ਨਵੇਂ ਰਾਹ ਵੀ ਲੱਭਣੇ ਪੈਣਗੇ। ਸਾਡੀ ਲੀਡਰਸ਼ਿਪ ਨੂੰ ਹੁਣ ਇਸ ਪਾਸੇ ਵੀ ਧਿਆਨ ਦੇਣਾ ਪਏਗਾ ਕਿ ਆਪਣੇ ਕਾਡਰ ਨੂੰ ਇਹ ਸਮਝਾਇਆ ਜਾਵੇ ਕਿ ਕੱਲਾ ਅਸੀਂ ਸਰਕਾਰ ਤੇ ਪ੍ਰੈਸ਼ਰ ਪਾ ਕੇ ਲੰਬਾ ਸਮਾਂ ਇਹ ਕੰਮ ਨਹੀਂ ਕਰ ਸਕਾਂਗੇ ਕਿ ਜੋ ਅਸੀਂ ਬੀਜਿਆ ਚੁੱਕੋ। ਸਾਨੂੰ ਹੁਣ ਉਹ ਬੀਜਣਾ ਪਏਗਾ ਜੋ ਸਾਡੇ ਵਾਤਾਵਰਣ ਦੇ ਅਨੁਕੂਲ ਹੈ, ਜੋ ਸਾਡੇ ਲੋਕਾਂ ਨੂੰ ਚਾਹੀਦਾ, ਜੋ ਸਾਡੇ ਦੇਸ਼ ਦੀ ਨੀਡ ਹੈ। ਜੇ ਲਾਲ ਬਹਾਦਰ ਸ਼ਾਸਤਰੀ ਦੇ ਕਹਿਣ ਤੇ ਅਸੀਂ ਮਕਸੀਕਣ ਕਣਕ ਬੀਜ ਕੇ ਪੰਜਾਬ ਨੇ ਤੇ ਦੇਸ਼ ਦੀ ਭੁੱਖ ਦੂਰ ਕੀਤੀ ਸੀਗੀ, ਤੇ ਹੁਣ ਅਸੀਂ ਆਪਣੇ ਆਪ ਨੂੰ ਬਚਾਉਣ ਲਈ, ਆਪਣੇ ਵਾਤਾਵਰਣ ਨੂੰ ਬਚਾਉਣ ਲਈ, ਆਪਣੇ ਪਾਣੀ ਨੂੰ ਬਚਾਉਣ ਲਈ, ਆਪਣੇ ਜ਼ਹਿਰੀਲਾਪਣ ਜਿਹੜਾ ਪੰਜਾਬ 'ਚ ਫੈਲ ਗਿਆ, ਕੈਂਸਰ ਦੀਆਂ ਟ੍ਰੇਨਾਂ ਚੱਲ ਰਹੀਆਂ ਨੇ, ਉਹਨਾਂ ਨੂੰ ਬਚਾਉਣ ਲਈ ਵੀ ਲੀਡਰਸ਼ਿਪ ਕੋਈ ਅਗਵਾਈ ਦਊਗੀ ਕਿ ਆਪਾਂ ਹੁਣ ਇਸ ਖਲਜਗਣ 'ਚੋਂ ਨਿਕਲ ਕੇ ਤੇ ਕੋਈ ਸੁਚੱਜੀ ਆਰਗੇਨਿਕ ਖੇਤੀ ਵਾਲੇ ਪਾਸੇ ਆਈਏ, ਜਾਂ ਅਸੀਂ ਫਸਲਾਂ ਦਾ ਜਿਹੜਾ ਚੱਕਰ ਹੈ ਉਹਨੂੰ ਬਦਲੀਏ, ਕੁਝ ਹੋਰ ਤਰੀਕੇ ਦੇ ਕੰਮ ਕਰੀਏ, ਕੋਈ ਪੰਜਾਬ 'ਚ ਐਗਰੋ ਇੰਡਸਟਰੀ ਕਾਰਪੋਰੇਟ ਬਣਾ ਕੇ ਬਣਾਈਏ ਆਪ ਖੁਦ ਹਿੰਮਤ ਕਰਕੇ, ਤੇ ਖੇਤੀ ਜਿਹੜੀ 1.5 ਏਕੜ ਵਾਲੀ ਰਹਿ ਗਈ ਆ ਉਹਨੂੰ ਇਕੱਠੇ ਕਰਕੇ ਕੋਈ ਕਾਰਪੋਰੇਟ ਢਾਂਚਾ ਜਿਹੜਾ ਆਪਣਾ ਕੋਆਪਰੇਟਿਵ ਢਾਂਚਾ, ਕਾਰਪੋਰੇਟ ਕਹਿ ਰਿਹਾ ਮੈਂ, ਕੋਆਪਰੇਟਿਵ ਢਾਂਚਾ ਜਿਹੜਾ ਉਹਨੂੰ ਉਸਾਰੀਏ। ਗਿੱਲ ਸਾਹਿਬ ਜੀ, ਜਿਹੜੇ ਤੁਹਾਡੇ ਆਦਰਸ਼ਵਾਦੀ ਡਾਇਲੌਗ ਹੈ, ਆਦਰਸ਼ਵਾਦੀ ਵਿਚਾਰ ਹੈ, ਇਹਦੀ ਆਪਾਂ ਫੇਰ ਗੱਲ ਕਰਾਂਗੇ। ਅੱਜ ਆਪਣਾ ਜਿਹੜਾ ਸਬਜੈਕਟ ਇਹ ਨਹੀਂ, ਆਪਾਂ ਅੱਜ ਗੱਲ ਇਸੇ ਕਰਨੀ ਸੀ, ਇੱਥੋਂ ਤੱਕ ਸੀਗੀ। ਹਾਂ, ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਲਾਈਟ ਮੋਡ ਤੋਂ, ਮੇਰੇ ਟੈਨਸ਼ਨ ਵਾਲਾ ਨਹੀਂ, ਮੈਨੂੰ ਕਾਹਦੀ ਟੈਨਸ਼ਨ ਹੈ, ਮੈਂ ਇਹ ਟੈਨਸ਼ਨ ਕਾਹਦੀ ਹੋਊਗੀ ਮੈਨੂੰ ਦੱਸੋ, ਮੈਂ ਤਾਂ ਸਾਫ਼ ਸਪਸ਼ਟ ਗੱਲ ਕਰ ਰਿਹਾ। ਹਾਂ। ਹੁਣ ਗੱਲ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜੇ ਜਿੱਤ ਦਾ ਮਾਹੌਲ ਦੀ ਗੱਲ ਹੈ, ਤੁਸੀਂ ਸਵਾਲ ਇਹ ਕਰਨਾ ਸੀ, ਤੁਸੀਂ ਪਿੰਡਾਂ ਦੇ ਬੰਦੇ ਆ, ਜਗਦੇਵ ਕਲਾਂ ਪਿੰਡ ਆ ਤੁਹਾਡਾ, ਮੇਬੀ ਸ਼ਾਇਦ ਮੇਬੀ ਨਹੀਂ, ਪੱਕਾ ਉਹੀ ਹੈ ਜੀ, ਪੁੱਛਣਾ ਸੀ। ਹੈ ਮੈਂ ਕਿਹਾ ਪੱਕਾ ਉਹੀ ਹੈ ਜੀ, ਮੇਬੀ ਨਹੀਂ ਪੱਕਾ। ਮੈਂ ਕਿਉਂਕਿ ਮੈਨੂੰ ਉਹਦਾ ਭੁਲੇਖਾ ਨਾ ਮੈਂ ਮਾਰ ਦੇਗਾ ਤੁਸੀਂ ਕਿਉਂਕਿ ਤੁਸੀਂ ਇਹ ਪੁੱਛਣਾ ਸੀ ਵੀ ਇਹ ਜਿੱਤ ਦਾ ਮਾਹੌਲ ਦੀ ਯਾਰ ਗੱਲ ਸੁਣਾ ਕੋਈ ਪਿੰਡਾਂ ਦੀ। ਹਾਂ, ਸੁਣਾ ਕਿਵੇਂ ਆ ਲੱਗ ਰਿਹਾ ਤੈਨੂੰ? ਆਹ ਸਵਾਲ ਚਾਹੀਦਾ ਸੀ, ਮੈਂ ਤਾਂ ਲਾਈਕ ਇਹ ਹੁਣ ਅਖੀਰ 'ਚ ਆਪਾਂ ਇਹੋ ਸਵਾਲ ਕਰਨਾ ਜੀ। ਹੁਣ ਦੱਸੋ ਵੀ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ, ਕਿੰਨੇ ਘੋਲੇ ਮਹਿਸੂਸ ਕਰ ਰਹੇ ਆਪਾਂ? ਸ਼ੁਕਰ ਹੈ ਥੋੜਾ ਜਿਹਾ ਤਾਂ ਹੋ ਕੇ ਵੇਖੋ, ਤੁਹਾਡੇ ਅੱਜ ਟਾਈ ਨਹੀਂ ਲਾਈਗੀ। ਮੇਰਾ ਖਿਆਲ ਨਹੀਂ ਲਾਈ ਹੈ। ਨਹੀਂ ਸਰ, ਨਹੀਂ ਲਾਈ। ਇਹ ਜਿਹੜੇ ਆਪਾਂ ਲੋਕ ਆ ਨਾ ਜਿਨ੍ਹਾਂ ਦੇ ਟਾਈਆਂ ਲਾਈਆਂ ਤੇ ਪ੍ਰੈਸ ਕਰਕੇ ਕੱਪੜੇ ਪਾਉਣੇ ਆ, ਅਸੀਂ ਥਿਓਰੈਟੀਕਲ ਬੰਦੇ ਆ, ਥਿਊਰੀਆਂ ਤੇ ਡਿਪੈਂਡ ਕਰਦੇ ਆ, ਲਿਖਤਾਂ ਤੇ, ਆਪਦੇ ਦਿਮਾਗਾ ਵਿਚਾਰਧਾਰਾ ਤੇ ਹੈਗੇ ਆ। ਤੇ ਜਿਹੜੀ ਅਸੀਂ ਲੋਕ ਆ, ਸਾਡਾ ਨੈਰੇਟਿਵ ਹੋਰ ਹੁੰਦਾ। ਅਸੀਂ ਖੁਸ਼ੀ ਤੁਹਾਨੂੰ ਵੀ ਹੋਈ ਹੋਊ, ਮੈਨੂੰ ਵੀ ਹੋਊਗੀ, ਪਰ ਖੁਸ਼ੀ ਉਹਨੂੰ ਹੁੰਦੀ ਹੈ ਜ਼ਿਆਦਾ ਜਿਹਨੇ ਪ੍ਰੈਕਟੀਕਲੀ ਆਪਦੇ ਪਿੰਡੇ ਤੇ ਹੰਢਾਇਆ ਹੋਵੇ, ਜਿਹਨੇ ਫਿਜ਼ੀਕਲੀ ਪਿੰਡੇ ਤੇ ਹੰਢਾਇਆ ਹੋਵੇ, ਜਿਹਨੇ ਧੁੱਪਾਂ ਛਾਵਾਂ ਛੱਡਦੀਆਂ ਤੇ ਸਿਆਲ ਤੇ ਉਹਨਾਂ ਪਰਾਲੀਆਂ ਤੇ ਅੰਦਰ ਟਰਾਲੀਆਂ ਦੇ ਵਿੱਚ ਸੁੱਤੇ ਹੋਣਗੇ, ਉਹਨਾਂ ਨੂੰ ਪਤਾ ਹੁੰਦਾ ਵੀ ਖੁਸ਼ੀ ਕੀ ਹੁੰਦੀ ਆ। ਮੇਰੇ ਵਰਗੇ ਟਾਈ ਲਾਉਣ ਵਾਲਿਆਂ ਨੂੰ ਕੀ ਪਤਾ? ਐਵੇਂ ਤਾਂ ਕਹਿੰਦੇ ਹਾਂ ਜੀ ਜਿੱਤ ਗਏ ਆ, ਸੰਘਰਸ਼ ਮੋਰਚਾ ਸੰਘਰਸ਼ ਦਾ ਅੱਗੇ ਜਿੱਤ ਗਿਆ ਸੀ, ਮੋਦੀ ਨੂੰ ਹਰਾ ਲਿਆ, ਇਹ ਉਹ ਹੈ। ਅਸਲ ਤਾਂ ਉਹਨਾਂ ਦੀ ਜਿਹੜੀ ਖੁਸ਼ੀ ਨੂੰ ਜਿਹੜਾ ਤਲਾਸ਼ਣਾ ਨਾ, ਗੱਲ ਉਹ ਹੈ ਜਿਨ੍ਹਾਂ ਨੇ ਇੰਨਾ ਦੁੱਖ ਝੱਲਿਆ, ਇੰਨਾ ਕੁਛ ਕੀਤਾ ਹੈ। ਅਸਲ ਖੁਸ਼ੀ ਤਾਂ ਉਹਨਾਂ ਦੀ ਵੇਖਣ ਵਾਲੀ ਹੈ। ਮੈਂ ਅੱਜ ਮੈਨੂੰ ਪਤਾ ਸੀ ਮੈਂ ਗਿੱਲ ਸਾਹਿਬ ਨਾਲ ਗੱਲ ਕਰਨੀ ਆ, ਤੇ ਮੈਂ ਪਿੰਡਾਂ ਤੋਂ ਫੀਡਬੈਕ ਲਈ। ਉਹ ਕਹਿੰਦੇ ਬਾਈ ਜਿੰਨੇ ਪਟਾਕੇ ਅੱਜ ਤੱਕ ਕਿਸੇ ਦੀਵਾਲੀ ਤੇ ਨਹੀਂ ਚੱਲੇ ਪਿੰਡ 'ਚ ਜਿੰਨੇ ਰਾਤ ਚੱਲੇ ਸੀਗੇ, ਉਸ ਰਾਤ ਚੱਲੇ। ਹਰ ਪਿੰਡ ਪਟਾਕੇ ਚੱਲੇ ਤੇ ਦੀਵੇ ਜਗਾਏ ਗਏ। ਉਹ ਮੈਂ ਕਿਹਾ ਦੀਵੇ ਤਾਂ ਵੀ ਤੁਸੀਂ ਉਹ ਜਗਾ ਹੀ ਦੇਣੇ ਸੀ, ਬਾਬਾ ਨਾਨਕ ਦਾ ਜਨਮ ਦਿਨ ਸੀਗਾ। ਉਹ ਕਹਿੰਦਾ, ਇੱਕ ਕਹਿੰਦਾ ਜੀ ਉਹ ਬਾਬਾ ਨਾਨਕ ਦੇ ਤਾਂ ਅਸੀਂ ਰਾਤ ਹੀ ਜਗਾਤੇ ਸੀ, ਇਹ ਦੀਵੇ ਤਾਂ ਸਿਰਫ ਜਿੱਤਦੇ ਹੀ ਸੀਗੇ। ਇੱਥੋਂ ਤੱਕ ਸੀਗਾ ਲੋਕਾਂ ਦੇ ਵਿੱਚ। ਕਿਉਂਕਿ ਉਹ ਇੱਕ ਨੂੰ ਮੈਂ ਪੁੱਛਿਆ ਯਾਰ ਨਹੀਂ ਤਾਂ ਵੀ, ਉਹ ਕਹਿੰਦਾ ਯਾਰ ਐਂ ਮਿਲਦੇ ਸੀਗੇ ਲੋਕ। ਅੱਛਾ, ਗੁਰੂ ਘਰਾਂ ਦੇ ਵਿੱਚ ਇਕੱਠ ਬਹੁਤ ਹੋਇਆ ਉਸ ਦਿਨ, ਬਾਬੇ ਨਾਨਕ ਦਾ ਦਿਨ ਸੀਗਾ ਨਾ, ਇਕੱਠ ਹੋਇਆ। ਤੇ ਇਕੱਠ ਵਿੱਚ ਜਿਹੜੀ ਟੋਟਲ ਚਰਚਾ ਇਹੀ ਸੀ ਵੀ ਆਪਾਂ ਜਿੱਤ ਗਏ। ਜੱਫੀਆਂ ਪਾ ਮਿਲਦੇ ਇੱਕ ਦੂਜੇ ਨੂੰ, ਜਿਵੇਂ ਕਿਸੇ ਦੇ ਵਿਆਹ ਤੇ ਗਏ ਹੁੰਦੇ ਆਪਾਂ, ਐਂ ਮਿਲਦੇ ਵੀ ਜੱਫੀਆਂ ਪਾ। ਲੋਕਾਂ ਦੀਆਂ ਅੱਖਾਂ ਵਿੱਚ ਪਾਣੀ, ਖੁਸ਼ੀ ਦੇ ਨੇਰ ਵੀ ਸਿਮ ਰਿਹਾ ਸੀਗਾ ਲੋਕਾਂ ਦੀ ਖੁਸ਼ੀ ਦੇ ਵਿੱਚ। ਇੱਥੋਂ ਤੱਕ ਪਹੁੰਚੇ ਸੀ। ਇਹ ਪਤਾ ਕਿਉਂ ਹੈ? ਨਾ ਤੁਹਾਡੀ ਅੱਖਾਂ 'ਚ ਪਾਣੀ ਆਉ ਨਾ ਮੇਰੀ 'ਚ, ਕਿਉਂਕਿ ਅਸੀਂ ਟਾਈਆਂ ਲਾਉਂਦੇ ਹਾਂ। ਅਸੀਂ ਤਾਂ ਵਿਚਾਰਾਂ ਵਾਲੇ ਬੰਦੇ ਆ ਨਾ, ਜਿਨ੍ਹਾਂ ਨੇ ਹੰਢਾਇਆ ਹੁੰਦਾ, ਧੁੱਪਾਂ ਗਰਮੀਆਂ ਸਰਦੀਆਂ ਸਹੀਆਂ। ਵੇਖੋ ਸ਼ਹੀਦ ਹੋ ਗਏ ਵਿਚਾਰੇ, ਉੱਥੇ ਮਰ ਗਏ, ਘਰਾਂ ਤੋਂ ਬਾਹਰ ਉੱਥੇ ਜਾ ਕੇ ਪਰਲੋਕ ਸੁਧਾਰ ਗਏ।
ਉਹਨਾਂ ਨੂੰ ਮਹਿਸੂਸ ਆ ਨਾ ਜਿਨ੍ਹਾਂ ਦੇ ਘਰਾਂ 'ਚੋਂ ਤੁਰ ਕੇ ਜਾਂਦੇ ਸੀ। ਯਾਰ ਤੁਸੀਂ ਕਿਤੇ ਟਰਾਲੀ ਤੇ ਬਹਿ ਜਾਓਗੇ ਅੱਜ ਦੀ ਤਰੀਕ 'ਚ? ਟਰਾਲੀ 'ਚ ਬਹਿ ਕੇ ਜਾ ਸਕਦੇ ਕਿਤੇ? ਤੁਸੀਂ ਤਾਂ ਚੰਗੀ ਕਾਰ 'ਚ ਨਹੀਂ, ਮਾੜੀ ਕਾਰ 'ਚ ਨਹੀਂ ਬਹਿ ਸਕਦੇਗੇ। ਉਹਨਾਂ ਦੀ ਜਿਹੜੀ ਖੁਸ਼ੀ ਵੇਖਣ ਵਾਲੀ ਸੀ। ਇੱਥੋਂ ਤੱਕ ਲੋਕਾਂ ਦੀ ਫੀਡਬੈਕ ਇਹ ਸੀ ਜਿਹੜੇ ਬਈਏ ਸੀ ਨਾ, ਬਈਆਂ ਨੇ ਨੀਝ ਲਾ ਕੇ ਮੋਬਾਈਲਾਂ ਤੇ ਸੁਣਿਆ ਤੇ ਉਹਨਾਂ ਨੇ ਵਧਾਈਆਂ ਦਿੰਦੀਆਂ, ਸਰਦਾਰ ਜੀ ਆਪਕੋ ਮੁਬਾਰਕ ਹੋ, वो बिल मोदी ने वापस ले लिए है, आपको बहुत बहुत मुबारक हो। ਉਹ ਬਈਆਂ ਦਾ ਨਾ ਜੱਫੀ ਪਾਉਣ ਨੂੰ ਜੀ ਕਰਦਾ ਸੀਗਾ ਸਰਦਾਰਾਂ ਨਾਲ। ਨਹੀਂ, ਪਰ ਕਿਸਾਨ ਮੋਰਚੇ ਨੇ ਜੱਫੀਆਂ ਤੇ ਪਵਾਤੀਆਂ ਸਰ। ਹਰਿਆਣੇ ਵਾਲਿਆਂ ਨਾਲ ਜੱਫੀਆਂ ਪੈ ਗਈਆਂ ਸਾਡੀਆਂ। ਪਾਣੀਆਂ ਦੇ ਮੁੱਦੇ ਪਿੱਛੇ ਰਹਿ ਗਏ, ਇਲਾਕਿਆਂ ਦੇ ਬੋਲੀ ਦੇ ਮੁੱਦੇ ਪਿੱਛੇ ਰਹਿ ਗਏ, ਵੱਡਾ ਭਾਈ ਛੋਟਾ ਭਾਈ ਵਾਲਾ ਕੰਮ ਹੋ ਗਿਆ। ਔਰ ਹੁਣ ਤੇ ਲੋਕ ਕਹਿੰਦੇ ਕਿ ਸਾਡੀ ਸਕੀਰੀ ਸਾਂਝਦਾਰੀ ਐਸੀ ਬਣ ਗਈ ਕਿ ਹੁਣ ਮੋਰਚਾ ਬੰਦ ਹੋ ਜਾਣਾ ਵਾ, ਕਦੀ ਨਾ ਕਦੀ ਹੋਣਾ ਹੀ ਸੀਗਾ। ਹੁਣ ਸਾਡੀ ਰਿਸ਼ਤੇਦਾਰੀਆਂ 'ਚ ਤਬਦੀਲ ਹੋਊਗਾ, ਅਸੀਂ ਵਿਆਹਾਂ ਸ਼ਾਦੀਆਂ ਤੇ ਇੱਕ ਦੂਜੇ ਨੂੰ ਮਿਲਾਂਗੇ। ਇਸ ਮੋਰਚੇ ਦੀ ਇੱਕ ਵੱਡੀ ਇਹ ਵੀ ਨੈਤਿਕ ਜਿੱਤ ਹੈ ਕਿ ਉਹਨੇ ਜਿਹੜੇ ਸਾਡੇ ਮਨਾਂ 'ਚ ਉਹ ਸੀ ਚੀਜ਼ ਨਾ ਕਿ ਮੈਂ ਜ਼ਿਮੀਦਾਰ ਹਾਂ ਤੇ ਸੀਰੀ ਆ, ਤੇ ਉਹਦਾ ਵੀ ਭਰਮ ਕਿਤੇ ਨਾ ਕਿਤੇ ਤੋੜਿਆ ਆ। ਤੇ ਜਿਹੜਾ ਗੁਰੂ ਨਾਨਕ ਦਾ ਫਲਸਫਾ ਸੀ ਉਹਦੇ ਨੇੜੇ ਸਾਨੂੰ ਥੋੜ੍ਹਾ ਜਿਹਾ ਕੀਤਾ। ਭਈਆਂ ਦਾ ਜੱਫੀ ਪਾਉਣ ਨੂੰ ਜੀ ਕੀਤਾ ਸੀ। ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1.5-2 ਏਕੜ ਵਾਲਾ ਕਿਸਾਨ ਉਹਨੇ ਜ਼ਰੂਰ ਘੁੱਟ ਕੇ ਜੱਫੀ ਪਾਈ ਹੋਊਗੀ। ਜੇ ਨਹੀਂ ਪਾਈ ਤੇ ਅਜੇ ਵੀ ਸਾਡੀ ਦੂਰੀ, ਜੇ ਦੂਰੀ ਆ ਜੇ ਵੀ ਤੇ ਫਿਰ ਕਿਤੇ ਨਾ ਕਿਤੇ ਅਜੇ ਵੀ ਕਾਣੋ ਹੈ। ਇਹਨੇ ਇਹ ਗੱਲ ਕਿਉਂ ਕਹਿੰਦੇ ਤੁਸੀਂ? ਨਹੀਂ, ਤੁਸੀਂ ਕਿਹਾ ਨਾ ਵੀ ਜੱਫੀ ਪਾਉਣ ਨੂੰ ਜੀ ਕਰਦਾ ਸੀਗਾ, ਜੱਫੀ ਪਾਈ ਹੋਏਗੀ ਉਹਨਾਂ ਨੇ। ਨਹੀਂ ਉਹ ਥੋੜਾ ਜਿਹਾ ਮਤਲਬ ਹੁੰਦਾ ਵੀ ਐ ਨੇੜ ਆ ਕੇ ਉਹ ਕਰਦਾ, ਤੁਸੀਂ ਸ਼ਬਦਾਂ 'ਚ ਪਾਏ ਨਾ, ਮਤਲਬ ਜੱਫੀ ਪੈ ਗਈ ਸਮਝੋ ਉਹਨੂੰ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਮਤਲਬ ਇਹ ਗੱਲ ਹੈ ਵੀ ਇਹ ਜਿਹੜਾ ਮੋਰਚਾ ਨਾ ਇੱਕ ਨਵੀਂ ਜਾਗਰਤੀ ਦਾ ਇਤਿਹਾਸਕ ਪੜਾਅ ਸਾਬਤ ਹੋ ਗਿਆ ਇੱਥੇ ਆ ਕੇ, ਨਵੀਂ ਜਾਗਰਤੀ ਦਾ। ਹੁਣ ਪੰਜਾਬੀਆਂ ਨੂੰ ਮੇਰਾ ਖਿਆਲ ਇਕੱਲੇ ਪੰਜਾਬ, ਖਾਸ ਕਰ ਮੈਂ ਤਾਂ ਪੰਜਾਬ ਦੀ ਗੱਲ ਕਰੂੰ, ਇੱਕ ਨਵੀਂ ਸੇਧ ਦਾ ਹਾਸਲ ਪ੍ਰਾਪਤ ਹੋ ਗਿਆ ਨੂੰ। ਮੋਰਚੇ ਨੇ ਪੰਜਾਬੀਆਂ ਨੂੰ ਇੱਕ ਕਰ ਦਿੱਤਾ, ਬਹੁਤ ਹੱਦ ਤੱਕ ਨੇੜਤਾ ਲੈ ਜਾਂਦੀ ਨੇ। ਤੇ ਇਹਨੇ ਇਹ ਵੀ ਕਰ ਦਿੱਤਾ ਵੀ ਜਿਹੜੇ ਸਿਆਸੀ ਲਟੇਰੇ ਸੀ ਨਾ ਉਹਨਾਂ ਨੂੰ ਵੀ ਨੰਗਾ ਕਰ ਦਿੱਤਾ ਹੈ। ਤੇ ਆਪਾਂ ਹੁਣ ਬੰਦ ਕਰੀਏ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਜਿਹੜੇ ਖੀਰਲੇ ਤੁਸੀਂ ਸ਼ਬਦ 4-5 ਲੈਣਾ ਭਾਰੀ ਭਰਕਮ ਸ਼ਬਦ ਵਰਤੇ ਹੈ ਨਾ, ਬਹੁਤ ਵਧੀਆ ਲੱਗਿਆ। ਤੇ ਆਪਾਂ ਉਮੀਦ ਕਰਦੇ ਹਾਂ ਕਿ ਪੰਜਾਬ ਮੁੜ ਖੁਸ਼ੀਆਂ ਖੇੜਿਆਂ 'ਚ ਜਾਵੇ ਔਰ ਜਿਹੜਾ ਭਾਈਚਾਰਾ ਉਹ ਵਧੇ। ਜਿਹੜੀ ਨਫ਼ਰਤ ਦਾ ਦੌਰ ਸੀਗਾ ਇੱਕ ਤਰ੍ਹਾਂ ਦਾ ਸ਼ੁਰੂ ਹੋਇਆ, ਵੈਸੇ ਤਾਂ ਬੜੀ ਦੇਰ ਤੋਂ ਸ਼ੁਰੂ ਆ, ਹੁਣ ਹੋਰ ਵੱਧ ਗਿਆ ਸੀਗਾ ਕਿ ਅਸੀਂ ਬੀਜੇਪੀ ਨੂੰ ਨਹੀਂ ਵੰਡ ਦੇਣਾ, ਕਾਂਗਰਸੀਆਂ ਨੂੰ ਨਹੀਂ ਵੰਡ ਦੇਣਾ, ਫਲਾਣਾ ਸਾਡਾ ਦੁਸ਼ਮਣ ਹੈ। ਉਹ ਖਤਮ ਹੋ ਕੇ ਭਾਈਚਾਰਕ ਏਕਤਾ ਵਧੇ ਤੇ ਪੰਜਾਬ ਮੁੜ ਖੁਸ਼ਹਾਲੀ ਵੱਲ ਵਧੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਬਹੁਤ ਮਿਹਰਬਾਨੀ ਜੀ, ਥੈਂਕ ਯੂ।